ਨਵਜੋਤ ਸਿੱਧੂ ਨੇ ਸੀਐਮ ਚੰਨੀ ਨੂੰ ਦੱਸਿਆ ਛੋਟਾ ਭਰਾ, ਕਿਹਾ ਗਰੀਬੀ ਵਾਲੇ ਸਵਾਲਾਂ ਦਾ ਜਵਾਬ ਦੇਣ ਦੇ ਸਮਰੱਥ ਨੇ ਸੀਐਮ ਚੰਨੀ। ਨਵਜੋਤ ਕੌਰ ਸਿੱਧੂ ਨੇ ਚੰਨੀ ਨੂੰ ਦੱਸਿਆ ਸੀ ਖੁਦ ਦੇ ਨਾਲੋਂ ਅਮੀਰ। सीएम फेस ਨੂੰ ਲੈ ਕੇ ਵਿਰੋਧੀ ਵੀ ਕਾਂਗਰਸ ਤੇ ਹਮਲਾਵਰ। ਭਗਵੰਤ ਮਾਨ ਬੋਲੇ 170 ਕਰੋੜ ਦੇ ਮਾਲਕ ਚੰਨੀ, ਕਿਹੜੇ ਪਾਸੇ ਤੋਂ ਗਰੀਬ। ਤਾਂ ਰਾਘਵ ਚੱਡਾ ਨੇ ਵੀ ਸੀਐਮ ਚੰਨੀ ਦੀ ਜਾਇਦਾਦ ਦੇ ਉੱਤੇ ਚੁੱਕੇ ਸਵਾਲ। ਅਕਾਲੀ ਦਲ ਨੇ ਚਰਨਜੀਤ ਚੰਨੀ ਨੂੰ ਘੇਰਿਆ। ਮਜੀਠੀਆ ਬੋਲੇ ਚੰਨੀ ਨੇ ਪਹਿਨ ਰੱਖਿਆ ਗਰੀਬੀ ਦਾ ਫਰਜ਼ੀ ਮਖੌਟਾ, ਇਹੋ ਜਿਹੇ ਗਰੀਬ ਘਰ ਘਰ ਹੋ। ਪਹਿਲਾਂ ਜਾਂਚ ਏਜੰਸੀ ਨੂੰ ਫਟਕਾਰ ਤੇ ਫਿਰ ਅਦਾਲਤ ਨੇ ਵਧਾਇਆ ਸੀਐਮ ਦੇ ਭਾਣਜੇ ਦਾ ਰਿਮਾਂਡ। 3 ਦਿਨ ਹੋਰ ਈਡੀ ਦੀ ਹਿਰਾਸਤ ਦੇ ਵਿੱਚ ਰਹੇਗਾ ਭੁਪਿੰਦਰ ਸਿੰਘ ਹਨੀ। ਨਜਾਇਜ਼ ਮਾਈਨਿੰਗ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਹੋਈ ਸੀ ਗ੍ਰਿਫਤਾਰੀ। ਮਾਝਾ ਦੌਰੇ ਤੇ ਪਹੁੰਚੇ ਸੀਐਮ ਚੰਨੀ ਦਾ ਕੇਂਦਰ ਸਰਕਾਰ ਤੇ ਵਾਰ, ਕਿਹਾ ਸਿਆਸੀ ਪਾਰਟੀਆਂ ਵਾਂਗ ਕੰਮ ਕਰ ਰਹੀਆਂ ਕੇਂਦਰ ਦੀਆਂ ਏਜੰਸੀਆਂ, ਹਰ ਰੋਜ਼ ਹੋ ਰਹੀ ਬਦਨਾਮ ਕਰਨ ਦੀ ਸਾਜ਼ਿਸ਼। ਨਵਾਂ ਸ਼ਹਿਰ ਦੇ ਵਿੱਚ ਬਸਪਾ ਸੁਪਰੀਮੋ ਮਾਇਆਵਤੀ ਦਾ ਕਾਂਗਰਸ ਤੇ ਵੱਡਾ ਹਮਲਾ, ਕਿਹਾ ਸਿਰਫ ਵੋਟ ਬੈਂਕ ਦੇ ਲਈ ਚੰਨੀ ਨੂੰ ਬਣਾਇਆ ਚਿਹਰਾ, ਜੇ ਦੁਬਾਰਾ ਆਈ ਸਰਕਾਰ ਤਾਂ ਵੀ ਰਹਿਣਗੇ ਦਰਕਿਨਾਰ। ਮਾਇਆਵਤੀ ਦੇ ਨਾਲ ਮੰਚ ਸਾਂਝਾ ਕਰਨ ਤੋਂ ਬਾਅਦ ਸੁਖਬੀਰ ਬਾਦਲ ਦਾ ਵਾਅਦਾ, ਕਿਹਾ ਹੁਣ ਨਹੀਂ ਟੁੱਟੇਗੀ ਅਕਾਲੀ ਦਲ ਤੇ ਬੀਐਸਪੀ ਦੀ ਜੋੜੀ। ਬੀਜੇਪੀ ਤੇ ਲਗਾਏ ਧੋਖਾ ਦੇਣ ਦੇ ਇਲਜ਼ਾਮ। ਵਰਚੁਅਲ ਰੈਲੀ ਦੇ ਰਾਹੀਂ ਪ੍ਰਧਾਨ ਮੰਤਰੀ ਨੇ ਕੀਤਾ ਪੰਜਾਬ ਦੇ ਵਿੱਚ ਚੁਣਾਵੀ ਸੰਵਾਦ, ਕਿਹਾ ਅੱਤਵਾਦ ਪੀੜਤਾਂ ਦੇ ਲਈ ਬਣਾਵਾਂਗੇ ਕਮਿਸ਼ਨ, ਸੂਬੇ ਦੇ ਵਿਕਾਸ ਦੇ ਲਈ ਡਬਲ ਇੰਜਨ ਦੀ ਸਰਕਾਰ ਜ਼ਰੂਰੀ, ਛੇਤੀ ਪੰਜਾਬ ਆਉਣ ਦਾ ਵੀ ਕੀਤਾ ਵਾਅਦਾ। ਬੀਜੇਪੀ ਗਠਜੋੜ ਨੇ ਰੂਰਲ ਮੈਨੀਫੈਸਟੋ ਕੀਤਾ ਜਾਰੀ, ਪਿੰਡਾਂ ਦੇ ਵਿਕਾਸ ਨੂੰ ਲੈ ਕੇ ਦੱਸਿਆ ਪਾਰਟੀ ਦਾ ਵਿਜ਼ਨ। ਸ਼ੇਖਾਵਤ ਬੋਲੇ ਪਿੰਡਾਂ ਦੇ ਬਿਨਾਂ ਮੁਮਕਿਨ ਨਹੀਂ ਦੇਸ਼ ਦਾ ਵਿਕਾਸ। ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਨੇ ਪਖਾਇਆ ਚੋਣ ਅਖਾੜਾ, ਮਾਨ ਦਾ ਵੱਡਾ ਦਾਅਵਾ, ਇਸ ਵਾਰ 90 ਸੀਟਾਂ ਜਿੱਤ ਕੇ ਬਣਾਵਾਂਗੇ ਆਮ ਲੋਕਾਂ ਦੀ ਸਰਕਾਰ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਗ੍ਰਿਫਤਾਰ, ਸਮਰਥਕਾਂ ਨੇ ਕੀਤਾ ਜ਼ੋਰਦਾਰ ਵਿਰੋਧ। ਆਤਮਨਗਰ ਝੜਪ ਮਾਮਲੇ ਦੇ ਵਿੱਚ ਪੁਲਿਸ ਨੇ ਬੈਂਸ ਤੇ ਲਗਾਈ ਹੈ ਇਰਾਦਾ ਕਤਲ ਦੀ ਧਾਰਾ। ਸੰਯੁਕਤ ਸਮਾਜ ਮੋਰਚੇ ਨੇ ਜਾਰੀ ਕੀਤਾ ਇਕਰਾਰਨਾਮਾ, ਹਰ ਫਸਲ ਤੇ ਐਮਐਸਪੀ ਅਤੇ ਨੈਸ਼ਨਲ ਹਾਈਵੇ ਟੋਲ ਫ੍ਰੀ ਕਰਨ ਦਾ ਕੀਤਾ ਵਾਅਦਾ। ਪਾਕਿਸਤਾਨ ਦੇ ਨਾਲ ਵਪਾਰ ਖੋਲ੍ਹਣ ਦੇ ਲਈ ਵੀ ਕਦਮ ਚੁੱਕਣ ਦੀ ਕਹੀ ਗੱਲ। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਅੱਜ ਪ੍ਰਾਈਮ ਟਾਈਮ ਦੇ ਵਿੱਚ ਗੱਲ ਹੋਵੇਗੀ ਸਿਆਸਤ ਦੀ। ਪੰਜਾਬ ਦੇ ਵਿੱਚ ਜਾਰੀ ਇਸ ਸਮੇਂ ਸਿਆਸਤ ਤੇ ਜੋ ਹੁਣ ਹਿੰਸਕ ਰੂਪ ਵੀ ਧਾਰਦੀ ਨਜ਼ਰ ਆ ਰਹੀ ਹੈ। ਸ਼ੁਰੂਆਤ ਅੱਜ ਕਰਨ ਜਾ ਰਹੇ ਹਾਂ ਪੰਜਾਬ ਭਰ ਦੀਆਂ ਖਬਰਾਂ ਦੇ ਨਾਲ, ਤੁਹਾਨੂੰ ਰੂਬਰੂ ਕਰਵਾਵਾਂਗੇ। ਲੁਧਿਆਣਾ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਉਹ ਮਾਮਲਾ ਜਿਸ ਦੇ ਵਿੱਚ ਬੈਂਸ ਅਤੇ ਕੜਬਲ ਦੇ ਯਾਨੀ ਕਾਂਗਰਸ ਤੇ ਐਲਆਈਪੀ ਦੇ ਸਮਰਥਕ ਆਮੋ ਸਾਹਮਣੇ ਹੋ ਗਏ ਸੀ। ਤੇ ਤੁਹਾਨੂੰ ਦੱਸ ਦਈਏ ਕਿ ਸਬ ਇੰਸਪੈਕਟਰ ਲਾਭ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਲੈਕਸ਼ਨ ਕਮਿਸ਼ਨ ਦੇ ਵੱਲੋਂ ਡਿਊਟੀ ਦੇ ਵਿੱਚ ਕੁਤਾਹੀ ਦੇ ਇਲਜ਼ਾਮ ਲੱਗੇ ਨੇ, ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਬੈਂਸ ਦੇ ਸਮਰਥਕ ਅਤੇ ਕੜਬਲ ਦੇ ਸਮਰਥਕਾਂ ਦੇ ਵਿਚਾਲੇ ਝੜਪ ਹੋਈ ਸੀ ਇੱਕ ਦਿਨ ਪਹਿਲਾਂ ਤੇ ਇਰਾਦਾ ਕਤਲ ਕੇਸ ਦੇ ਵਿੱਚ ਬੈਂਸ ਦੀ ਗ੍ਰਿਫਤਾਰੀ ਹੋਈ ਹੈ। ਬੈਂਸ ਇਲਜ਼ਾਮ ਲਗਾਉਂਦੇ ਨਜ਼ਰ ਆਏ ਨੇ। ਹੁਣ ਤੱਕ ਪੁਲਿਸ ਦੇ ਉੱਤੇ ਵੀ ਕਾਂਗਰਸ ਦੇ ਉੱਤੇ ਵੀ ਤੇ ਇਲਜ਼ਾਮ ਇਹੀ ਲਗਾਏ ਜਾ ਰਹੇ ਨੇ ਕਿ ਮਿਲੀਭੁਗਤ ਦੇ ਨਾਲ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਗਿਆ ਹੈ। ਇਲੈਕਸ਼ਨ ਕਮਿਸ਼ਨ ਦੇ ਕੋਲ ਪੂਰਾ ਮਾਮਲਾ ਉਹਨਾਂ ਦੇ ਸੰਗਿਆਨ ਦੇ ਵਿੱਚ ਵੀ ਆ ਗਿਆ, ਨੋਟਿਸ ਦੇ ਵਿੱਚ ਆ ਗਿਆ, ਜਿਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਇਸ ਪੂਰੇ ਮਾਮਲੇ ਦੇ ਵਿੱਚ ਐਕਸ਼ਨ ਕਰਦੇ ਹੋਏ ਸਬ ਇੰਸਪੈਕਟਰ ਐਸਆਈ ਲਾਭ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਡਿਊਟੀ ਦੇ ਵਿੱਚ ਕੁਤਾਹੀ ਦੇ ਇਲਜ਼ਾਮ ਲੱਗੇ ਨੇ। ਇਸ ਦੇ ਨਾਲ ਹੀ ਵਿਭਾਗੀ ਕਾਰਵਾਈ ਦੇ ਹੁਕਮ ਵੀ ਦੇ ਦਿੱਤੇ ਗਏ ਨੇ। ਹਲਕਾ ਆਤਮਨਗਰ 'ਚ ਕਾਂਗਰਸ ਅਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ 'ਚ ਹੋਈ ਝੜਪ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰ ਲਿਆ। ਬੈਂਸ ਤੇ ਧਾਰਾ 307 ਤਹਿਤ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਗ੍ਰਿਫਤਾਰੀ ਦੌਰਾਨ ਬੈਂਸ ਸਮਰਥਕਾਂ ਨੇ ਜੰਮ ਕੇ ਹੰਗਾਮਾ ਕੀਤਾ।
गिरफ्तारी तो पहला सिमरजीत सिंह बैंस ने इस कार्रवाई ਨੂੰ कांग्रेस की साजिश करार दी है। बैंस ने इल्जाम लाया है कि हमला कांग्रेसी उम्मीदवार कमलजीत सिंह कड़वल वालों प्री प्लान तरीके नाल करवाया गया सी, जबकि पुलिस ने सिर्फ एक तरफा कार्रवाई की है। ਕੋਲਡ ਡਰਿੰਕ ਦੀਆਂ ਬੋਤਲਾਂ, ਦਰਜਨਾਂ ਡਾਲੇ, ਇੱਟਾਂ ਵੱਟੇ ਇਕੱਠੇ ਕੀਤੇ ਜਾਣ ਤੇ ਉੱਥੇ ਫਾਇਰਿੰਗ ਕੀਤੀ ਜਾਵੇ ਸਾਡੇ ਵਰਕਰਾਂ ਨੂੰ ਡਰਾਉਣ ਵਾਸਤੇ, ਤੇ ਰਾਤ ਨੂੰ ਪੁਲਿਸ ਕਾਂਗਰਸੀਆਂ ਦੇ ਆਖੇ ਲੱਗ ਕੇ ਸਾਡੀ ਪਾਰਟੀ ਦੇ ਵਰਕਰਾਂ ਦੇ ਉੱਤੇ, ਕੌਂਸਲਰਾਂ ਦੇ ਉੱਤੇ ਜਾ ਕੇ ਧਾੜਾਂ ਬਣ ਕੰਧਾਂ ਟੱਪ ਕੇ ਉਹਨਾਂ ਦੀਆਂ ਕੁੰਡੀਆਂ ਪੱਟੇ ਦਰਵਾਜ਼ਿਆਂ ਦੀਆਂ, ਇਹ ਕਦੇ ਵੀ ਬਰਦਾਸ਼ਤ ਨਹੀਂਗਾ। उधर अकाली दल ने कांग्रेस और लोक इंसाफ पार्टी च हुई झड़प नूं गुंडागर्दी करार दिता है। अकाली दल ने शांति मार्च करदिआं पुलिस नूं भी अपने लपेटे च लिया है। एक शरीफ इंसान, अमन शांति का पैरोकार, साडे कोल तां हथियार आही है, लोकां नूं जगाना, जुबान दे नाल लोकां नूं अगय करना कि भाई गुंडागर्दी बंद करिए, ਜਿਹੜੇ ਬੱਚਿਆਂ ਦੇ ਹੱਥ 'ਚ ਕਲਾ ਤੇ ਕਲਮ ਹੋਵੇ ਉਹਨਾਂ ਦੇ ਹੱਥਾਂ 'ਚ ਗੰਡਾਸੇ ਤੇ ਡਾਂਗਾਂ ਤੇ ਪਿਸਤੌਲ ਦੇਣ ਦੀ ਰਾਜਨੀਤੀ ਬੰਦ ਕਰੀਏ। ਅੱਜ ਛਾਉਣੀ ਬਣਾਈ ਹੈ, ਕੱਲ ਬਣਾਉਂਦੇ ਛਾਉਣੀ, ਰਾਤ ਨੂੰ ਗੋਲੀਆਂ ਚੱਲੀਆਂ, ਖੜੇ ਦੇਖਦੇ ਰਹੇ ਪੁਲਿਸ ਵਾਲੇ, ਜਿਹੜੇ ਸਿਕਿਉਰਿਟੀ ਲਈ ਦਿੱਤੇ ਸੀ ਉਹ ਭੱਜ ਗਏ। ਬੇਟਾ ਹੈਲਪ ਅਸ ਇਨ ਦਿਸ ਪਰਸੂਟ। दरअसल सोमवार देर शाम चोण प्रचार दौरान हलका आतमनगर च हिंसक झड़प हुई सी। झड़प दौरान इट्टा पत्थर चले और हवाई फायरिंग भी हुई, जिस विच कई व्यक्ति जख्मी हो गए सी, जिस तो बाद हुण सिमरजीत सिंह बैंस ते इरादा कतल सने कई धारावां तहत मामला दर्ज किया गया। लुधियाना तो रोहित गौर, न्यूज़ 18 पंजाब। ਤਾਂ ਸਿਮਰਜੀਤ ਬੈਂਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਪੂਰੇ ਮਾਮਲੇ ਦੇ ਵਿੱਚ ਅਪਡੇਟ ਇਸ ਸਮੇਂ ਹੀ ਹੈ ਕਿ ਜਿਹੜੇ ਐਸਆਈ ਲਾਭ ਸਿੰਘ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਕਾਰਵਾਈ ਪੁਲਿਸ ਦੇ ਇੱਕ ਅਧਿਕਾਰੀ ਦੇ ਉੱਤੇ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਰ ਦਿੱਤੀ ਗਈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਮੁੱਖ ਮੰਤਰੀ ਦੇ ਭਾਣਜੇ ਦੀ। ਸੀਐਮ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦਾ 3 ਦਿਨ ਦਾ ਰਿਮਾਂਡ ਵੱਧ ਗਿਆ। ਸੀਐਮ ਚੰਨੀ ਨੇ ਕੇਂਦਰੀ ਏਜੰਸੀਆਂ ਦੇ ਉੱਤੇ ਸਿਆਸੀ ਧਿਰਾਂ ਦੀ ਤਰ੍ਹਾਂ ਕੰਮ ਕਰਨ ਦੇ ਇਲਜ਼ਾਮ ਲਗਾਏ ਤਾਂ ਭਾਰਤ ਭੂਸ਼ਣ ਆਸ਼ੂ ਨੇ ਵੀ ਕਿਹਾ ਕਿ ਉਹ ਵੀ ਈਡੀ ਦੇ ਲਈ ਚਾਹ ਪਾਣੀ ਤਿਆਰ ਕਰਕੇ ਬੈਠੇ। ਇੱਕ ਪਾਸੇ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਇਸੇ ਵਿਚਾਲੇ ਇੱਕ ਮੁੱਦਾ ਈਡੀ ਰੇਡ ਦਾ ਵੀ ਗਰਮਾਇਆ ਹੋਇਆ ਹੈ। ਸੀਐਮ ਚੰਨੀ ਦੇ ਭਾਣਜੇ ਦੀ ਮੁੜ ਪੇਸ਼ੀ ਹੋਈ ਤਾਂ ਅਦਾਲਤ ਵਿੱਚ ਭੁਪਿੰਦਰ ਹਨੀ ਦੇ ਰਿਮਾਂਡ ਨੂੰ ਲੈ ਕੇ ਬਹਿਸ ਹੋਈ। ਅਦਾਲਤ ਵਿੱਚ ਈਡੀ ਅਧਿਕਾਰੀਆਂ ਨੇ ਹਨੀ ਦਾ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਤਾਂ ਪਹਿਲਾਂ ਅਦਾਲਤ ਤੇ ਜਾਂਚ ਏਜੰਸੀ ਨੂੰ ਤਾੜਨਾ ਕੀਤੀ ਤੇ ਬਾਅਦ ਵਿੱਚ 10 ਦਿਨ ਦੀ ਥਾਂ ਤੇ 3 ਦਿਨਾਂ ਦਾ ਰਿਮਾਂਡ ਦਿੱਤਾ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਈਡੀ ਅਧਿਕਾਰੀਆਂ ਵੱਲੋਂ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਅੱਜ ਫਿਰ ਭੁਪਿੰਦਰ ਸਿੰਘ ਹਨੀ ਦੀ ਕੋਰਟ ਵਿੱਚ ਪੇਸ਼ੀ ਸੀਗੀ, ਜਿਸ ਦੌਰਾਨ ਵਕੀਲਾਂ ਦੀ ਆਪਸੀ ਬਹਿਸ ਵੀ ਹੋਈ ਤੇ ਈਡੀ ਵੱਲੋਂ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। 11 ਤਰੀਕ ਨੂੰ ਭੁਪਿੰਦਰ ਸਿੰਘ ਹਨੀ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਈਡੀ ਦੀ ਜਾਂਚ ਵਿੱਚ ਗ੍ਰਿਫਤਾਰੀ ਸੀਐਮ ਚੰਨੀ ਦੇ ਭਾਣਜੇ ਦੀ ਹੋਈ ਤਾਂ ਵਿਰੋਧੀ ਧਿਰ ਸੀਐਮ ਨੂੰ ਘੇਰ ਰਹੀ ਹੈ। ਇਸ ਵਿਚਾਲੇ ਸੀਐਮ ਚੰਨੀ ਨੇ ਈਡੀ ਦੀ ਜਾਂਚ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਇਹ ਇਲੈਕਸ਼ਨ ਦੇ ਵਿੱਚ ਕੇਂਦਰੀ ਏਜੰਸੀਆਂ ਵੀ ਲੱਗੀਆਂ ਹੋਈਆਂ ਜਿਹੜੀਆਂ ਰਾਜਨੀਤੀ ਦਾ ਕੰਮ ਕਰ ਰਹੀਆਂ, ਹਰ ਰੋਜ਼ ਬਦਨਾਮ ਕਰਨੇ ਨੂੰ ਕੋਈ ਨਾ ਕੋਈ ਨੋਟ ਕੱਢ ਦਿੰਦੀ ਹੈ। ਜਿਹੜਾ ਕੰਮ ਪੋਲੀਟੀਕਲ ਪਾਰਟੀਆਂ ਨੇ ਕਰਨਾ ਹੁੰਦਾ ਉਹ ਕੇਂਦਰੀ ਏਜੰਸੀਆਂ ਵੀ ਨਾਲ ਲੱਗੀਆਂ ਹੋਈਆਂ। ਚੋਣਾਂ ਨੇੜੇ ਸੂਬੇ ਵਿੱਚ ਈਡੀ ਵੱਲੋਂ ਰੇਡ ਕੀਤੀ ਗਈ। ਚਰਚਾਵਾਂ ਸਨ ਕਿ ਈਡੀ ਦੇ ਨਿਸ਼ਾਨੇ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਤਾਂ ਮੰਤਰੀ ਆਸ਼ੂ ਨੇ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਕਪਲਾ ਕੀਤਾ ਹੁੰਦਾ ਤਾਂ ਗ੍ਰਿਫਤਾਰ ਹੁੰਦਾ। ਨਾਲ ਹੀ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਈਡੀ ਜਦੋਂ ਮਰਜ਼ੀ ਆ ਜਾਵੇ, ਘਰ 'ਚ ਚਾਹ ਬਣਾ ਕੇ ਰੱਖੀ ਹੋਈ ਹੈ। ਇਹ ਵੀ ਉਹਨਾਂ ਵਿਰੋਧੀਆਂ ਨੇ ਹੀ ਫੈਲਾਇਆ ਹੋਇਆ ਹੈ। ਮੈਂ ਤਾਂ ਇੰਤਜ਼ਾਰ ਕਰਦਾ ਪਿਆ, ਰੋਜ਼ ਚਾਹ ਬਣਾ ਕੇ ਰੱਖਦਾ। ਮੇਰੀ ਕਿਹੜਾ ਕੋਈ ਇੰਡਸਟਰੀ ਹੈ, ਮੇਰੇ ਕਿਹੜਾ ਕੋਈ ਬਾਹਰ ਅੰਦਰ ਇੰਨੇ ਕੋਈ ਉਹ ਹੈਗੇ ਹੈ ਇੰਟਰਸਟ, ਜਾਂ ਮੇਰੇ ਕੋਲ ਮੈਂ ਕਦੀ ਹਿੰਦੁਸਤਾਨ ਤੋਂ ਬਾਹਰ ਹੀ ਗਿਆ ਹਾਂ। ਦੱਸ ਦਈਏ ਕਿ ਮਾਈਨਿੰਗ ਮਾਮਲੇ ਵਿੱਚ ਸੀਐਮ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੇ ਘਰ 19 ਜਨਵਰੀ ਨੂੰ ਈਡੀ ਨੇ ਰੇਡ ਕੀਤੀ ਸੀ, ਜਿਸ ਵਿੱਚ ਉਸ ਦੇ ਫਲੈਟ 'ਚੋਂ ਕਰੋੜਾਂ ਦੀ ਨਕਦੀ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਸੀ। ਉਦੋਂ ਤੋਂ ਇਸ ਮੁੱਦੇ ਤੇ ਸਿਆਸਤ ਗਰਮਾਈ ਹੋਈ ਹੈ ਤੇ ਹੁਣ ਤੱਕ ਬਰਕਰਾਰ ਹੈ। ਇੱਕ ਪਾਸੇ ਵਿਰੋਧੀ ਧਿਰਾਂ ਪੈਸਾ ਦੇ ਮਿਲਣ ਤੇ ਸੀਐਮ ਚੰਨੀ ਨੂੰ ਘੇਰ ਰਹੀਆਂ ਨੇ ਤਾਂ ਸੀਐਮ ਚੰਨੀ ਇਸ ਨੂੰ ਵਿਰੋਧੀਆਂ ਦੀ ਸਾਜ਼ਿਸ਼ ਕਰਾਰ ਦੇ ਰਹੇ ਨੇ। ਜਲੰਧਰ ਤੋਂ ਸੁਰਿੰਦਰ ਕੰਬੋਜ ਦੇ ਨਾਲ ਸੁਖਜਿੰਦਰ ਕੁਮਾਰ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਈਡੀ ਦੇ ਮੁੱਦੇ ਦੇ ਉੱਤੇ ਵੀ ਚੋਣਾਂ ਤੋਂ ਪਹਿਲਾਂ ਖੂਬ ਚਰਚਾ ਵੀ ਹੋ ਰਹੀ ਹੈ ਤੇ ਦੂਜੇ ਪਾਸੇ ਸਿਆਸੀ ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਜਾਰੀ ਹੈ।
ਪੰਜਾਬ ਦੇ ਵਿੱਚ ਚੋਣ ਅਖਾੜਾ ਭਖਿਆ ਹੋਇਆ ਹੈ। ਸਿਆਸੀ ਪਾਰਟੀਆਂ ਆਪਣਾ ਪ੍ਰੋਗਰਾਮ ਦੇਣ ਦੀ ਥਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ 'ਚ ਵੀ ਲੱਗੀਆਂ ਨਜ਼ਰ ਆਉਂਦੀਆਂ ਨੇ। ਵਿਰੋਧੀ ਨੂੰ ਠਿੱਬੀ ਲਾਉਣ ਦੀ ਖਾਤਰ ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਜਾਰੀ ਹੈ। ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ। ਬਠਿੰਡਾ ਪਹੁੰਚੇ ਭਗਵੰਤ ਮਾਨ ਨੇ ਰਾਹੁਲ ਗਾਂਧੀ ਵੱਲੋਂ ਚੰਨੀ ਨੂੰ ਗਰੀਬ ਆਦਮੀ ਦੱਸਣ ਤੇ ਤੰਜ ਕੱਸਿਆ ਤਾਂ ਦੂਜੇ ਪਾਸੇ ਸੁਖਬੀਰ ਬਾਦਲ ਨੇ ਕਾਂਗਰਸ ਤੇ ਰੇਤ ਅਤੇ ਬਾਕੀ ਮਾਫੀਆ ਨੂੰ ਸਪੋਰਟ ਕਰਨ ਦੇ ਇਲਜ਼ਾਮ ਲਗਾਏ। ਉਧਰ ਮੁੱਖ ਮੰਤਰੀ ਚੰਨੀ ਨੇ ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਦੇ ਇਹਨਾਂ ਇਲਜ਼ਾਮਾਂ ਦਾ ਕਰਾਰਾ ਜਵਾਬ ਦਿੱਤਾ ਹੈ ਕਿ 2 ਦਿਨ ਪਹਿਲਾਂ ਰਾਹੁਲ ਗਾਂਧੀ ਪੰਜਾਬ ਆਏ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਿਹਾ ਇੱਕ ਗਰੀਬ ਵਿਅਕਤੀ ਸੀਐਮ ਦਾ ਚਿਹਰਾ ਹੋਊਗਾ। ਉਸ ਗਰੀਬ ਵਿਅਕਤੀ ਨੇ ਇਲੈਕਸ਼ਨ ਚਮਕੌਰ ਸਾਹਿਬ ਤੇ ਭਦੌੜ ਤੋਂ ਲੜਨੀ ਹੈ ਤੇ ਉਹਨੇ ਜਿਹੜਾ ਐਫੀਡੇਵਿਟ ਦਿੱਤਾ ਹੈ ਸਿਰਫ 170 ਕਰੋੜ ਹੈ। ਸ਼ਾਇਦ ਰਾਹੁਲ ਗਾਂਧੀ ਵਾਸਤੇ ਉਹ ਗਰੀਬ ਹੈ ਕਿਉਂਕਿ ਰਾਹੁਲ ਗਾਂਧੀ ਹੋਰੀ ਅਰਬਾਂ 'ਚ ਨੇ। ਤੇ ਆਪ ਭਗਵੰਤ ਮਾਨ ਪੌਂਦੂ ਨੂੰ ਬਣਾਤਾ ਕੈਂਡੀਡੇਟ। ਮੇਰੀ ਗੱਲ ਸੁਣੋ, ਜਿਹੜਾ ਬੰਦਾ ਸਵੇਰੇ ਹੀ ਹਾਲਤ ਇਹ ਹੋ ਜਾਵੇ ਵੀ ਲਿਆ ਮੈਂ ਤੇਰੇ ਕੇਸ ਬੰਨ੍ਹਦਾ ਮੇਰੇ ਨਿੱਤ ਦੇ ਸ਼ਰਾਬੀਆ ਯਾਰਾ, ਉਹਦਾ ਕਿਆ ਬਣੇਗਾ? ਇਹ 4 ਵਜੇ ਤੋਂ ਬਾਅਦ ਮਿਲਣੇ ਵਾਲੇ ਬੰਦੇ ਨਹੀਂ ਹੈ। ਲੋਕੀ ਅੱਕੇ ਪਏ ਆ ਕਾਂਗਰਸ ਤੋਂ, ਤੇ ਜਿੰਨਾ ਇਹਨਾਂ ਨੇ ਲੁੱਟਿਆ ਰੇਤ ਮਾਫੀਆ ਤੋਂ ਲੈ ਕੇ ਡਰੱਗ ਮਾਫੀਆ ਤੋਂ ਲੈ ਕੇ ਸਾਰਾ ਗੁੰਡਾਗਰਦੀ ਲਾਅ ਐਂਡ ਆਰਡਰ ਸਿਚੁਏਸ਼ਨ ਹੀ ਹੈ ਨਹੀਂ। ਜਿਹੜੇ ਲੋਕ ਇੱਥੇ ਮਾਫੀਆ ਰਾਜ ਲੈ ਕੇ ਆਏ, ਸੁਖਬੀਰ ਵਰਗੇ, ਮਜੀਠੀਏ ਵਰਗੇ, ਲੇਕਿਨ ਇਹ ਜੇ ਮਾਫੀਆ ਵਾਲੇ ਜਿਹੜੇ ਲੋਕ ਹੈ, ਰੇਤਾ ਮਾਫੀਆ ਇਹ, ਟਰਾਂਸਪੋਰਟ ਮਾਫੀਆ ਇਹ। ਉਧਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਇੱਕ ਦੂਜੇ ਲਈ ਵੀ ਹਮਲਾਵਰ ਰੁਖ ਜਾਰੀ ਹੈ। ਲੰਬੀ ਵਿੱਚ ਆਪਣੀ ਫੇਰੀ ਦਾ ਜ਼ਿਕਰ ਕਰਦਿਆਂ ਮਾਨ ਨੇ ਅਕਾਲੀ ਦਲ ਦੇ ਲਈ ਚੈਲੰਜ ਪੇਸ਼ ਕੀਤਾ ਤਾਂ ਸੁਖਬੀਰ ਬਾਦਲ ਨੇ ਕੇਜਰੀਵਾਲ ਤੇ ਨਿਸ਼ਾਨਾ ਲਾਇਆ। ਉਧਰ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਪ ਦੇ ਵਿਚਾਲੇ ਮਿਲੀ ਭੁਗਤ ਕਰਾਰ ਦਿੱਤੀ। ਘਰ ਦੇ ਉੱਤੇ 3-4 ਝੰਡੀਆਂ ਅਕਾਲੀ ਦਲ ਦੀਆਂ ਤੇ ਉਹਨਾਂ ਨੇ ਬਜ਼ੁਰਗ ਬਾਹਰ ਖੜੇ ਨਾਲ ਮੁੰਡਾ ਖੜਾ, ਉਹਨੇ ਮੈਨੂੰ ਰੋਕਣ ਦਾ ਕੀਤਾ ਵੀ ਰੁਕ। ਮੈਂ ਕਿਹਾ ਰੁਕ ਜਾਣਾ। ਮੈਂ ਸੋਚਿਆ ਮੈਂ ਰੁਕ ਕੇ ਹੀ ਕਹੂੰਗਾ ਕਿ ਜੀ ਆਹ ਝੰਡੀਆਂ ਕਾਹਦੇ ਵਾਸਤੇ ਲਾਈਆਂ ਨੇ। ਇਸ ਤੋਂ ਪਹਿਲਾਂ ਕਿ ਮੈਂ ਕਹਿੰਦਾ, ਉਹ ਬਜ਼ੁਰਗ ਕਹਿੰਦਾ ਇਹ ਤਾਂ ਕਹਿੰਦਾ ਐਵੇਂ ਹੀ ਨੇ, ਅੰਦਰੋਂ ਤੁਹਾਡੇ ਨਾਲ ਹੀ। ਤੇ ਜਿਹੜੀ ਦੂਜੀ ਆਮ ਆਦਮੀ ਪਾਰਟੀ ਹੈ, ਮੈਂ ਕਹਿੰਦਾ ਆਮ ਆਦਮੀ ਨਹੀਂ ਠੱਗਾਂ ਦੀ ਪਾਰਟੀ ਹੈ। 117 ਹਲਕਿਆਂ ਚੋਂ 65 ਐਮਐਲਏ ਉਹਨੇ ਦਿੱਤੇ ਹੈ, ਸਾਰੇ ਦਲ ਬਦਲੂ। ਇੱਕ ਦਿਨ ਅਕਾਲੀ ਦਲ ਸੀ, ਟਿਕਟ ਨਹੀਂ ਮਿਲੀ, ਕੱਲ ਆਮ ਆਦਮੀ, ਕਾਂਗਰਸ ਸੀ, ਪੈਸੇ ਦਿੱਤੇ, ਆਮ ਆਦਮੀ ਪੈਸੇ ਦੇ ਦੇ ਕੇ ਵੇਚ ਕੇ ਟਿਕਟਾਂ ਦਿੱਤੀਆਂ। ਹੁਣ ਕੇਜਰੀਵਾਲ ਨੂੰ ਕੀ ਪਤਾ ਪੰਜਾਬ ਬਾਰੇ। ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਰਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲੜ ਰਹੀਆਂ ਨੇ। ਜਿਵੇਂ ਤੁਹਾਨੂੰ ਪਤਾ ਹੈ 2017 ਚ ਦੋਨਾਂ ਨੇ ਇਕੱਠੇ ਹੋ ਕੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ, ਦੁਸ਼ਟ ਇਲਜ਼ਾਮ ਲਾਏ, ਬੇਬੁਨਿਆਦ ਝੂਠੇ, ਸਾਰੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਅਕਾਲੀ ਦਲ ਨੂੰ ਨਿਸ਼ਾਨਾ ਇਸ ਕਰਕੇ ਬਣਾਇਆ ਕਿਉਂਕਿ ਇਹ ਚੰਗੀ ਤਰ੍ਹਾਂ ਸਮਝ ਗਏ ਸੀ ਕਿ ਜੇ ਅਸੀਂ ਕੰਮਾਂ ਦੀ ਗੱਲ ਕਰੀਏ ਤਾਂ ਸਾਡੇ ਕੰਮਾਂ ਦੀ ਬਰਾਬਰੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਕਰ ਨਹੀਂ ਸਕਦਾ। ਸਿਆਸੀ ਅਖਾੜਾ ਭਖਿਆ ਹੋਇਆ ਹੈ ਅਤੇ ਬਿਆਨਾਂ ਦੀ ਗਰਮੀ ਇਸ ਨੂੰ ਸਿਖਰਾਂ ਤੇ ਲਿਜਾ ਰਹੀ ਹੈ। ਵੇਖਣਾ ਹੋਵੇਗਾ ਕਿ ਇਸ ਬਿਆਨਬਾਜ਼ੀ ਨੂੰ ਲੋਕ ਕਿਵੇਂ ਸਵੀਕਾਰਦੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਨਾਨ ਸਟਾਪ ਸਿਆਸੀ ਬਿਆਨਬਾਜ਼ੀ ਤਾਂ ਹੋ ਰਹੀ ਹੈ, ਪਰ ਇਸ ਵਿਚਾਲੇ ਸਵਾਲ ਇਹ ਹੈ ਕਿ ਬਾਕੀ ਪੰਜਾਬ ਦੇ ਮੁੱਦਿਆਂ ਦਾ ਜ਼ਿਕਰ ਇਸ ਸਿਆਸੀ ਬਿਆਨਬਾਜ਼ੀ ਦੇ ਵਿੱਚ ਹੈ ਤੇ ਜਵਾਬ ਹੈ ਸ਼ਾਇਦ ਨਹੀਂ। ਹੁਣ ਅੱਗੇ ਵਧਦੇ ਹਾਂ ਤੇ ਗੱਲ ਨਵਜੋਤ ਕੌਰ ਸਿੱਧੂ ਦੀ ਕਰਾਂਗੇ। ਨਵਜੋਤ ਕੌਰ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਮੈਡਮ ਸਿੱਧੂ ਕਹਿ ਰਹੇ ਨੇ ਕਿ ਜੇ ਪੰਜਾਬ ਮਾਡਲ ਨਾ ਲਾਗੂ ਹੋਇਆ ਤਾਂ ਫਿਰ ਅਸੀਂ ਧਰਨਾ ਦੇਵਾਂਗੇ। ਪੰਜਾਬ ਮਾਡਲ ਨੂੰ ਲੈ ਕੇ ਸਿੱਧੀ ਧਮਕੀ ਇੱਕ ਤਰੀਕੇ ਨਾਲ ਨਵਜੋਤ ਕੌਰ ਸਿੱਧੂ ਦੇ ਰਹੇ ਨੇ ਤੇ ਕਹਿ ਰਹੇ ਨੇ ਕਿ ਪੰਜਾਬ ਮਾਡਲ ਲਾਗੂ ਨਾ ਹੋਇਆ ਤਾਂ ਫਿਰ ਅਸੀਂ ਧਰਨਾ ਦੇਵਾਂਗੇ। ਮੇਰੀ ਗੱਡੀ ਦੇ ਵਿੱਚ ਹੀ ਮੇਰੀ ਦਰੀ ਰਹਿੰਦੀ ਹੈ, ਯਾਨੀ ਕਿ ਦਰੀ ਵਿਛਾਓ ਤੇ ਨਾਲ ਦੀ ਨਾਲ ਧਰਨਾ, ਜਿੱਥੇ ਵੀ ਸਰਕਾਰ ਦੇ ਖਿਲਾਫ ਧਰਨਾ ਲਗਾਉਣ ਦੀ ਜ਼ਰੂਰਤ ਪਈ ਹੈ। ਨਵਜੋਤ ਕੌਰ ਸਿੱਧੂ ਨੇ ਜ਼ਿਕਰ ਕੀਤਾ। ਸਿੱਧੂ ਪੰਜਾਬ ਮਾਡਲ ਦਾ ਲੰਬੇ ਵਕਤ ਤੋਂ ਪ੍ਰਚਾਰ ਕਰ ਰਹੇ ਨੇ। ਸਿੱਧੂ ਪੰਜਾਬ ਮਾਡਲ ਨੂੰ ਪੰਜਾਬ ਦੇ ਦੁੱਖਾਂ ਦੀ ਦਾਰੂ ਦੱਸਦੇ ਨੇ ਤੇ ਇਸ ਵਿਚਾਲੇ ਮੁੱਖ ਮੰਤਰੀ ਦਾ ਚਿਹਰਾ ਚੰਨੀ ਨੂੰ ਬਣਾ ਦਿੱਤਾ ਗਿਆ ਹੈ। ਹੁਣ ਸਵਾਲ ਇਹੀ ਹੈ
ਕਿ ਜੋ ਸਿੱਧੂ ਦਾ ਮਾਡਲ ਜਾਂ ਸਿੱਧੂ ਜਿਸ ਮਾਡਲ ਦਾ ਜ਼ਿਕਰ ਕਰਦੇ ਨੇ ਕਿ ਉਹ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਲਾਗੂ ਹੋਏਗਾ, ਤਾਂ ਨਵਜੋਤ ਕੌਰ ਸਿੱਧੂ ਕਹਿ ਰਹੇ ਨੇ ਕਿ ਲਾਗੂ ਹੋਏਗਾ, ਤੇ ਜੇ ਨਾ ਲਾਗੂ ਹੋਇਆ ਤਾਂ ਬੇਸ਼ੱਕ ਕਾਂਗਰਸ ਦੀ ਉਸ ਸਮੇਂ ਸਰਕਾਰ ਹੋਏਗੀ, ਪਰ ਉਹ ਧਰਨਾ ਦੇਣਗੇ ਫਿਰ ਆਪਣੀ ਸਰਕਾਰ ਦੇ ਖਿਲਾਫ। मैडम अगर पंजाब मॉडल लागू नहीं होता देन व्हाट विल योर नेक्स्ट स्टेप? देखो, जो मैं शुरू से करती आई हूँ, मेरी दरी तो हमेशा मेरी गाड़ी में रहती है। मेरे लोगों पे झूठे पर्चे नहीं हो सकते। अगर चन्नी सरकार हमें पैसे देने पड़ेंगे उसको डेवलपमेंट। अगर पंजाब मॉडल लागू नहीं होता तो सिद्धू दंपति का नेक्स्ट स्टेप की है? लड़ाई करेगी। वर्दी आई है, सीएम नाल पैसे लेके आएगी, काम नहीं रुकेंगे ना, साडा कोई मॉडल रुकेगा। जड़ी चीज नहीं बनी जाओगी। मैडम अगर पंजाब मॉडल लागू नहीं होता देन व्हाट विल योर नेक्स्ट स्टेप? देखो, जो मैं शुरू से करती आई हूँ, मेरी दरी तो हमेशा मेरी गाड़ी में रहती है। मेरे लोगों पे झूठे पर्चे नहीं हो सकते। अगर चन्नी सरकार हमें पैसे देने पड़ेंगे उसको डेवलपमेंट। अगर पंजाब मॉडल लागू नहीं होता तो सिद्धू दंपति का नेक्स्ट स्टेप की है? लड़ाई करेगी। वर्दी आई है, सीएम नाल पैसे लेके आएगी, काम नहीं रुकेंगे ना, साडा कोई मॉडल रुकेगा। जड़ी चीज नहीं बनी जाओगी। ਤਾਂ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ। ਦਰਅਸਲ ਹੁਣ ਸਵਾਲ ਤਾਂ ਇਹੀ ਹੋ ਰਿਹਾ ਕਿ ਕਿਉਂਕਿ ਨਵਜੋਤ ਸਿੰਘ ਸਿੱਧੂ ਪਿਛਲੇ ਕਈ ਦਿਨਾਂ ਤੋਂ ਪੰਜਾਬ ਮਾਡਲ ਦਾ ਜ਼ਿਕਰ ਕਰਦੇ ਆ ਰਹੇ ਨੇ ਕਿ ਪੰਜਾਬ ਮਾਡਲ ਦੇ ਵਿੱਚ ਇਹ ਹੋਣਾ ਚਾਹੀਦਾ ਹੈ। ਮਹਿਲਾਵਾਂ ਦੇ ਲਈ ਬਹੁਤ ਸਾਰੀਆਂ ਸਟੇਟਮੈਂਟਸ ਔਰ ਐਲਾਨ ਕਰ ਦਿੱਤੇ ਗਏ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਉਸ ਤੋਂ ਬਾਅਦ ਰੇਤੇ ਨੂੰ, ਮਾਈਨਿੰਗ ਨੂੰ ਲੈ ਕੇ ਪਾਲਿਸੀ ਬਣਾਉਣ ਦਾ ਜ਼ਿਕਰ ਜਾਂ ਲੀਕਰ ਨੂੰ ਲੈ ਕੇ ਪਾਲਿਸੀ ਬਣਾਉਣ ਦਾ ਜ਼ਿਕਰ। ਪਰ ਸਵਾਲ ਇਹ ਹੈ ਕਿ ਹੁਣ ਤਾਂ ਮੁੱਖ ਮੰਤਰੀ ਦਾ ਚਿਹਰਾ ਨਹੀਂ, ਬਤੌਰ ਵਿਧਾਇਕ ਜਾਂ ਮੰਤਰੀ ਕੀ ਵਾਕਈ ਨਵਜੋਤ ਸਿੰਘ ਸਿੱਧੂ ਦੇ ਕੋਲ ਇੰਨਾ ਅਖਤਿਆਰ ਹੋਏਗਾ ਕਿ ਉਹ ਇਸ ਤਰੀਕੇ ਨਾਲ ਕਦਮ ਚੁੱਕ ਸਕਣ। ਤਾਂ ਜਦੋਂ ਇਹ ਸਵਾਲ ਕੀਤਾ ਗਿਆ ਨਵਜੋਤ ਕੌਰ ਸਿੱਧੂ ਨੂੰ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਤਾਂ ਰੈਡੀ ਹਾਂ, ਜੇ ਲਾਗੂ ਨਾ ਹੋਇਆ ਤਾਂ ਫਿਰ ਸਰਕਾਰ ਦੇ ਖਿਲਾਫ ਹੀ ਅਸੀਂ ਧਰਨਾ ਦੇਵਾਂਗੇ। मैडम अगर पंजाब मॉडल लागू नहीं होता देन व्हाट विल योर नेक्स्ट स्टेप? देखो, जो मैं शुरू से करती आई हूँ, मेरी दरी तो हमेशा मेरी गाड़ी में रहती है। मेरे लोगों पे झूठे पर्चे नहीं हो सकते। अगर चन्नी सरकार हमें पैसे देने पड़ेंगे उसको डेवलपमेंट। अगर पंजाब मॉडल लागू नहीं होता तो सिद्धू दंपति का नेक्स्ट स्टेप की है? लड़ाई करेगी। वर्दी आई है, सीएम नाल पैसे लेके आएगी, काम नहीं रुकेंगे ना, साडा कोई मॉडल रुकेगा। जड़ी चीज नहीं बनी जाओगी। ਸਿਰਫ ਪੰਜਾਬ ਮਾਡਲ ਨੂੰ ਲੈ ਕੇ ਹੀ ਮੈਡਮ ਸਿੱਧੂ ਨੂੰ ਇਤਰਾਜ਼ ਨਹੀਂ, ਬਲਕਿ ਉਹਨਾਂ ਨੂੰ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਚੁਣੇ ਜਾਣ ਦੇ ਉੱਤੇ ਵੀ ਇਤਰਾਜ਼ ਹੈ। ਮੈਡਮ ਸਿੱਧੂ ਮੁਤਾਬਕ ਨਵਜੋਤ ਸਿੰਘ ਸਿੱਧੂ ਬਿਹਤਰ ਪਸੰਦ ਹੋ ਸਕਦੇ ਸੀ। ਆਪਣੇ ਸਵਾਲ ਚੁੱਕ ਰਹੇ ਨੇ ਤਾਂ ਵਿਰੋਧੀਆਂ ਨੂੰ ਵੀ ਸੀਐਮ ਨੂੰ ਘੇਰਨ ਦਾ ਮੌਕਾ ਮਿਲ ਰਿਹਾ ਹੈ। ਸੀਐਮ ਫੇਸ ਨੂੰ ਲੈ ਕੇ ਕਾਂਗਰਸ ਵਿੱਚ ਘਮਸਾਨ ਜਾਰੀ ਹੈ। ਹਾਈ ਕਮਾਂਡ ਦੇ ਸੀਐਮ ਚੰਨੀ ਨੂੰ ਸੀਐਮ ਫੇਸ ਦਾ ਐਲਾਨ ਦਿੱਤਾ, ਪਰ ਸੀਐਮ ਅਹੁਦੇ ਦੇ ਦਾਅਵੇਦਾਰ ਰਹੇ ਨਵਜੋਤ ਸਿੰਘ ਸਿੱਧੂ ਦੀ ਘਰਵਾਲੀ ਨਵਜੋਤ ਕੌਰ ਸਿੱਧੂ ਨੂੰ ਹਾਈ ਕਮਾਂਡ ਦਾ ਇਹ ਫੈਸਲਾ ਪਸੰਦ ਨਹੀਂ ਹੈ। ਮਿਸੇਸ ਸਿੱਧੂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਗੁੰਮਰਾਹ ਕੀਤਾ ਗਿਆ ਹੈ। ਸੀਐਮ ਚੰਨੀ ਦੀ ਗਰੀਬੀ ਦੀ ਗੱਲ ਨੂੰ ਨਕਾਰਦਿਆਂ ਉਹਨਾਂ ਕਿਹਾ ਕਿ ਹਾਈ ਕਮਾਂਡ ਜਾਤ ਜਾਂ ਗਰੀਬੀ ਦੀ ਥਾਂ ਤੇ ਕਾਬਲੀਅਤ ਨੂੰ ਤਰਜੀਹ ਦੇਵੇ। ਮਿਸੇਸ ਸਿੱਧੂ ਨੇ ਸੀਐਮ ਚਿਹਰੇ ਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਬਿਹਤਰ ਦੱਸਿਆ। क्या आपको लगता है कि चरणजीत सिंह चन्नी गरीब आदमी है और ज्यादा बेटर कनेक्ट करेगा नवजोत सिंह सिद्धू से ज्यादा? हमारे से ज्यादा अमीर है, हमारे से ज्यादा अमीर है। उसका घर देख लो, उसका पैसा देख लो, उसके रिटर्न देख लो, उसके पास हमारे से ज्यादा पैसे हैं। दैट शुड नॉट, मनी इज नो क्राइटेरिया फॉर मेकिंग अ पर्सन एट पुटिंग हिम एट सच अ हाई पोजीशन। ਚੰਨੀ ਮੇਰਾ ਛੋਟਾ ਭਾਈ ਹੈ ਔਰ ਉਹ ਆਪਣੇ ਜਵਾਬ ਖੁਦ ਦੇਣ ਜਾਣਦਾ ਹੈ। ਸੀਐਮ ਚੰਨੀ ਦੀ ਗਰੀਬੀ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਹੀ ਨਹੀਂ ਸਗੋਂ ਵਿਰੋਧੀ ਵੀ ਸੀਐਮ ਚੰਨੀ ਨੂੰ ਘੇਰ ਰਹੇ ਨੇ। ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਭਾਜਪਾ ਨੇ ਸੀਐਮ ਚੰਨੀ ਦੀ ਗਰੀਬ ਹੋਣ ਤੇ ਸਵਾਲ ਚੁੱਕੇ ਤੇ ਕਹਿ ਰਹੇ ਨੇ ਕਿ 170 ਕਰੋੜ ਦਾ ਮਾਲਿਕ ਜੇਕਰ ਗਰੀਬ ਹੈ ਤਾਂ ਹਰ ਘਰ ਵਿੱਚ ਗਰੀਬ ਹੋਣਾ ਚਾਹੀਦਾ ਹੈ। ਮੈਂ ਤਾਂ ਪਹਿਲਾਂ ਤੋਂ ਹੀ ਕਹਿ ਰਿਹਾ ਕਿ ਚੰਨੀ ਇੱਕ ਗਰੀਬ ਦਾ ਮੁਖੌਟਾ ਹੈ। ਫਿਰ ਆ ਗਏ 111 ਦਿਨ ਲਈ ਚੰਨੀ ਸਾਹਿਬ, ਜਿਨ੍ਹਾਂ ਕੋਲੇ ਉਹਨੇ ਮੰਨਿਆ ਉਹਨਾਂ ਦੇ ਭਾਣਜੇ ਨੇ ਕਿ ਹਾਂ ਇਹ ਬਦਲੀਆਂ ਦੇ ਜਾਂ ਪੋਸਟਿੰਗ ਦੇ ਪੈਸੇ ਨੇ।
ਜਿਹੜਾ ਬਦਲੀਆਂ ਪੋਸਟਿੰਗਾਂ ਦੇ ਪੈਸੇ ਲਊਗਾ ਕੀ ਉਹ ਬੱਚਿਆਂ ਦਾ ਭਵਿੱਖ ਦੇਖ ਸਕਦਾ? ਜਿਹੜਾ ਹੁਣ ਇਲਜ਼ਾਮ ਨਵਾਂ ਜਿਹਾ ਲੱਗ ਗਿਆ, ਇੱਧਰ ਨਾ ਤੁਰਨ, ਜੇ ਆਪਣੇ ਆਪ ਨੂੰ ਗਰੀਬ ਦਾ ਪੁੱਤਰ ਕਹਿੰਦੇ ਤੇ ਫਿਰ ਰੇਤਾ ਰੂਤਾ ਫੱਕਣ ਦੀ ਕੋਈ ਲੋੜ ਨਹੀਂ। ਇਹ ਨਾ ਹੋਵੇ ਪਹਾੜਾਂ ਨੂੰ ਸਮੁੰਦਰ ਬਣਾ ਦੇਵੇ ਤੇ ਸਮੁੰਦਰ ਨੂੰ ਪਹਾੜ ਬਣਾ ਦੇਵੇ। ਇੱਕ ਪਾਸੇ ਸੀਐਮ ਚੰਨੀ ਦੇ ਵਿਰੋਧੀ ਸਵਾਲ ਚੁੱਕ ਰਹੇ ਨੇ ਤਾਂ ਸੀਐਮ ਚੰਨੀ ਵੀ ਵਿਰੋਧੀਆਂ ਨੂੰ ਆਪਣੇ ਹੀ ਹਿਸਾਬ ਨਾਲ ਜਵਾਬ ਦੇ ਰਹੇ ਨੇ। ਜਿਹੜਾ ਬੰਦਾ ਸਵੇਰੇ ਹੀ ਹਾਲਤ ਇਹ ਹੋ ਜਾਵੇ ਵੀ ਲਿਆ ਮੈਂ ਤੇਰੇ ਕੇਸ ਬੰਨ੍ਹਦਾ, ਮੇਰੇ ਨਿੱਤ ਦੇ ਸ਼ਰਾਬੀਆ ਯਾਰਾ, ਨਸ਼ਿਆਂ ਦੇ ਵਪਾਰੀ ਠੋਕ ਕੇ ਪਰਚਾ ਦਿੱਤਾ ਹੈ, ਸੁਪਰੀਮ ਕੋਰਟ ਤੱਕ ਨਹੀਂ ਟੁੱਟਿਆ, ਜ਼ਮਾਨਤ ਨਹੀਂ ਹੋਈ ਸੁਪਰੀਮ ਕੋਰਟ ਤੱਕ ਮਜੀਠੀਏ ਦੀ। ਸੀਐਮ ਚੰਨੀ ਤੇ ਵਿਰੋਧੀਆਂ ਦਾ ਵਾਰ ਜਾਰੀ ਹੈ ਤਾਂ ਨਵਜੋਤ ਸਿੱਧੂ ਨੇ ਵੀ ਸੀਐਮ ਚੰਨੀ ਤੇ ਸਵਾਲ ਚੁੱਕੇ ਨੇ, ਪਰ ਸੀਐਮ ਚੰਨੀ ਸਿਆਸੀ ਪਿੜ ਵਿੱਚ ਆਪਣਾ ਪ੍ਰਚਾਰ ਤਾਬੜਤੋੜ ਕਰ ਰਹੇ ਨੇ ਤੇ ਨਾਲ ਹੀ ਵਿਰੋਧੀਆਂ ਨੂੰ ਆਪਣੇ ਅੰਦਾਜ਼ ਵਿੱਚ ਜਵਾਬ ਵੀ ਦੇ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਚੁਣੌਤੀਆਂ ਤਾਂ ਬਹੁਤ ਸਾਰੀਆਂ ਨੇ, ਖਾਸ ਤੌਰ ਤੇ ਪਹਿਲਾਂ ਅੰਮ੍ਰਿਤਸਰ ਈਸਟ ਵਿਧਾਨ ਸਭਾ ਹਲਕਾ ਜਿੱਤਣ ਦੀ ਚੁਣੌਤੀ ਹੈ। ਉਧਰ ਅੰਮ੍ਰਿਤਸਰ ਈਸਟ ਦੇ ਉੱਤੇ ਵਿਕਰਮ ਮਜੀਠੀਆ ਦੇ ਨਾਲ ਮੁਕਾਬਲਾ ਹੈ, ਪਰ ਆਮ ਆਦਮੀ ਪਾਰਟੀ ਵੀ ਪੂਰਾ ਜ਼ੋਰ ਲਗਾ ਰਹੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨਜੋਤ ਕੌਰ ਨੇ ਸਿੱਧੂ ਨੂੰ ਚੈਲੰਜ ਕੀਤਾ। ਉਹਨਾਂ ਨੇ ਟਵੀਟ ਕੀਤਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ। ਕੀ ਟਵੀਟ ਕੀਤਾ ਉਹ ਵੀ ਤੁਹਾਨੂੰ ਦੱਸਦੇ ਹਾਂ। ਉਹ ਲਿਖਦੇ ਨੇ ਆਪਣੇ ਟਵੀਟ ਦੇ ਵਿੱਚ, ਮੁੜ ਕੇ ਸਿੱਧੂ ਘਰ ਨੂੰ ਆਓ, ਮੁੜ ਕੇ ਸਿੱਧੂ ਘਰ ਨੂੰ ਆਓ, ਚੰਨੀ ਨੇ ਤੁਹਾਨੂੰ ਸੀਐਮ ਕੈਂਡੀਡੇਟ ਨਹੀਂ ਬਣਨ ਦਿੱਤਾ ਅਤੇ ਮੈਂ ਤੁਹਾਨੂੰ ਐਮਐਲਏ ਨਹੀਂ ਬਣਨ ਦਿਆਂਗੀ, ਠੋਕੋ ਤਾੜੀ। ਜੀਵਨਜੋਤ ਕੌਰ ਦਾ ਇਹ ਟਵੀਟ ਹੈ ਤਾਂ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕਰਨ ਦੇ ਲਈ ਇਹ ਟਵੀਟ ਕੀਤਾ ਗਿਆ। ਸਾਰੇ ਜਾਣਦੇ ਹਾਂ ਕਿ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੈ ਉਹ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੈ, ਤਾਂ ਉਸ ਦੇ ਉੱਤੇ ਇੱਕ ਤਰੀਕੇ ਨਾਲ ਤੰਜ ਕੱਸਦੇ ਹੋਏ ਇਹ ਟਵੀਟ ਕੀਤਾ ਗਿਆ ਜੀਵਨਜੋਤ ਕੌਰ ਦੇ ਵੱਲੋਂ ਤੇ ਕਿਹਾ ਕਿ ਮੁੜ ਕੇ ਸਿੱਧੂ ਘਰ ਨੂੰ ਆਓ, ਚੰਨੀ ਨੇ ਤੁਹਾਨੂੰ ਸੀਐਮ ਕੈਂਡੀਡੇਟ ਨਹੀਂ ਬਣਨ ਦਿੱਤਾ ਤੇ ਮੈਂ ਤੁਹਾਨੂੰ ਐਮਐਲਏ ਨਹੀਂ ਬਣਨ ਦਿਆਂਗੀ, ਠੋਕੋ ਤਾੜੀ। ਹੁਣ ਅੱਗੇ ਵਧਦਿਆਂ ਤੇ ਗੱਲ ਹੋਵੇਗੀ ਅਕਾਲੀ ਦਲ ਤੇ ਬੀਐਸਪੀ ਦੇ ਗਠਜੋੜ ਦੀ। ਮਾਇਆਵਤੀ ਪੰਜਾਬ ਪਹੁੰਚੇ। ਨਵਾਂ ਸ਼ਹਿਰ ਦੇ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਿਤ ਕੀਤਾ ਗਿਆ। ਨਵਾਂ ਸ਼ਹਿਰ ਦੇ ਵਿੱਚ ਅਕਾਲੀ ਬਸਪਾ ਨੇ ਆਪਣੀ ਤਾਕਤ ਦਿਖਾਈ। ਦੁਆਬੇ ਦੇ ਵਿੱਚ ਪਹੁੰਚੇ ਹੋਏ ਸਨ ਮਾਇਆਵਤੀ ਬੀਐਸਪੀ ਸੁਪਰੀਮੋ ਤੇ ਇਸ ਮੌਕੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਬੀਐਸਪੀ ਦੀ ਜੋੜੀ ਹੁਣ ਬਿਲਕੁਲ ਪੱਕੀ ਹੈ, ਟੁੱਟਣ ਵਾਲੀ ਨਹੀਂ। ਤੇ ਨਾਲ ਹੀ ਇਲਜ਼ਾਮ ਲਗਾਏ ਕਿ ਬੀਜੇਪੀ ਨੇ ਅਕਾਲੀ ਦਲ ਨੂੰ ਧੋਖਾ ਦਿੱਤਾ ਹੈ। ਉਧਰ ਆਮ ਆਦਮੀ ਪਾਰਟੀ ਤੇ ਕਾਂਗਰਸ ਵੀ ਨਿਸ਼ਾਨੇ ਦੇ ਉੱਤੇ ਰਹੀ ਸੁਖਬੀਰ ਬਾਦਲ ਤੇ ਕਿਹਾ ਕਿ ਕੇਜਰੀਵਾਲ ਤਾਂ ਬਾਹਰੀ ਹੈ ਤੇ ਕਾਂਗਰਸ ਗਰੀਬਾਂ ਦੀ ਵਿਰੋਧੀ ਪਾਰਟੀ ਹੈ। ਉਧਰ ਮਾਇਆਵਤੀ ਨੇ ਵੀ ਕਾਂਗਰਸ ਤੇ ਵੱਡਾ ਹਮਲਾ ਕੀਤਾ ਤੇ ਕਿਹਾ ਕਿ ਦਲਿਤ ਵੋਟ ਬੈਂਕ ਦੇ ਲਈ ਚੰਨੀ ਨੂੰ ਸੀਐਮ ਚਿਹਰਾ ਬਣਾਇਆ ਗਿਆ ਹੈ। ਜੇ ਦੁਬਾਰਾ ਸੀਐਮ ਬਣੇ ਚੰਨੀ ਤਾਂ ਵੀ ਦਰਕਿਨਾਰ ਹੀ ਰਹਿਣਗੇ। ਕਾਂਗਰਸ ਦਲਿਤਾਂ ਦੇ ਨਾਮ ਦੇ ਉੱਤੇ ਸਿਆਸੀ ਨਾਟਕ ਕਰਦੀ ਹੈ। ਸੀਐਮ ਚੰਨੀ ਦਾ ਰਿਮੋਟ ਕੰਟਰੋਲ ਗੈਰ ਦਲਿਤਾਂ ਦੇ ਕੋਲ ਹੈ। कांग्रेस पार्टी की सच्चाई तो ये है कि कांग्रेस पार्टी जब सत्ता में होती है और इनके अच्छे दिन होते हैं तो तब इस पार्टी को इन वर्गों का विकास व उत्थान आदि याद नहीं आता है, तथा न ही इनको खासकर दलित वर्ग के व्यक्ति को सीएम व अन्य उच्च पद पर रखने का याद आता है, तथा न ही इनको महिलाओं की भी भागीदारी याद आती है। ये भी सोचने की बात है। इतना ही नहीं बल्कि अपने राजनीतिक स्वार्थ में यदि ये पार्टी कुछ समय के लिए अपनी पार्टी में से किसी दलित को मुख्यमंत्री भी क्यों ना बना दे या अपनी पार्टी संगठन में भी सर्वोच्च पद पर क्यों ना रख ले, तो भी वह आपके पंजाब स्टेट की तरह पूरे तौर से आजाद होकर तो भी वह व्यक्ति आपके पंजाब स्टेट की तरह पूरे तौर से आजाद होकर वह पूरे सम्मान के साथ कार्य नहीं कर सकता है, क्योंकि ये पार्टी उसका रिमोट कंट्रोल अधिकांश अपने गैर दलितों के हाथों में ही रखना ज्यादा पसंद करती है। और ये सब हमें यहाँ आपके पंजाब स्टेट में भी काफी कुछ देखने के लिए मिल रहा है। मैंने अभी 1-2 दिन पहले मुझे मीडिया के माध्यम से ये जानकारी मिली है, जबकि इस मामले में सच्चाई तो ये है कि कांग्रेस ने अपनी खराब स्थिति को देखते हुए ही इस चुनाव में दलितों की वोट की खातिर मजबूरी में एक दलित को यहाँ अपना सीएम का
चेहरा बनाया है। और मुझे ऐसा लगता है कि चुनाव खत्म होने के बाद मुझे नहीं लगता कांग्रेस पावर में आएगी। यदि आ भी गई तो सबसे पहले दलित को सीएम का जो चेहरा बनाया है इसको दरकिनार कर दिया जाएगा। ये भी मैं आपको बताना चाहती हूँ। ਤੇ ਅਸੀਂ ਤੁਸੀਂ ਜਿਵੇਂ ਸਾਡਾ ਗੱਠਜੋੜ ਹੈ, ਸਾਡੀ ਪਾਰਟੀ ਕਿਹੋ ਜਿਹੀ ਪਾਰਟੀ ਹੈ ਜਿਹੜੀ ਇੱਕ ਵਾਰ ਰਿਸ਼ਤਾ ਜੋੜ ਲੈ ਫਿਰ ਪੱਕਾ ਹੀ ਹੋ ਜਾਂਦਾ ਹੈ। ਸਾਡਾ ਬੀਜੇਪੀ ਨਾਲ ਰਿਸ਼ਤਾ ਸੀ ਪਰ ਉਹਨਾਂ ਨੇ ਧੋਖਾ ਦਿੱਤਾ, ਅਸੀਂ ਨਹੀਂ ਛੱਡਿਆ ਉਹਨਾਂ ਨੂੰ, ਉਹਨਾਂ ਨੇ ਧੋਖਾ ਦਿੱਤਾ। ਉਹਨਾਂ ਨੇ ਸਾਡੇ ਅਸੂਲਾਂ ਦੇ ਖਿਲਾਫ ਫੈਸਲੇ ਕੀਤੇ, ਪੰਜਾਬੀਆਂ ਦੇ ਖਿਲਾਫ ਫੈਸਲੇ ਕੀਤੇ ਤੇ ਅਸੀਂ ਉਹਨਾਂ ਨੂੰ ਅਲਵਿਦਾ ਕਰ ਦਿੱਤਾ। ਹੁਣ ਬਾਕੀ ਉਮਰ ਆਪਾਂ ਬੀਐਸਪੀ ਤੇ ਅਕਾਲੀ ਦਲ ਦੀ ਟੀਮ ਇਕੱਠੀ ਹੋ ਕੇ ਸਰਕਾਰ ਬਣਾਏਗੀ ਤੇ ਗਰੀਬਾਂ ਦੀ, ਦਲਿਤ ਪਰਿਵਾਰਾਂ ਦੀ, ਬੈਕਵਰਡ ਕਲਾਸ ਦੀ, ਸਾਰਿਆਂ ਦੀ ਸੇਵਾ ਕਰੂਗੀ। ਤਾਂ ਇਸ ਵਾਰ ਪੰਜਾਬ ਦੇ ਵਿੱਚ ਦਲਿਤ ਵੋਟ ਬੈਂਕ ਦੇ ਉੱਤੇ ਖੂਬ ਫੋਕਸ ਸਿਆਸੀ ਪਾਰਟੀਆਂ ਦਾ ਨਜ਼ਰ ਆਉਂਦਾ ਹੈ। ਇੱਕ ਪਾਸੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਲੜ ਰਹੀ ਹੈ ਔਰ ਬਤੌਰ ਦਲਿਤ ਆਗੂ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਬੀਐਸਪੀ ਦੇ ਵੱਲੋਂ ਅਕਾਲੀ ਦਲ ਤੇ ਬੀਐਸਪੀ ਦਾ ਗੜਜੋੜ ਹੈ। ਪਰ ਕਾਂਗਰਸ ਦੀ ਗੱਲ ਕਰੀਏ ਤਾਂ ਇਸ ਫੈਸਲੇ ਦੇ ਪਿੱਛੇ 34 ਸੀਟਾਂ ਦੇ ਉੱਤੇ, ਕਿਉਂਕਿ ਰਿਜ਼ਰਵ ਸੀਟਾਂ ਪੰਜਾਬ ਦੇ ਵਿੱਚ 34 ਸੀਟਾਂ ਨੇ, ਉਸ ਦੇ ਉੱਤੇ ਨਫੇ ਨੁਕਸਾਨ ਵਾਲਾ ਫੈਕਟਰ ਕੀ ਹੈ, ਇਸ ਰਿਪੋਰਟ ਜ਼ਰੀਏ ਸਮਝਦੇ ਹਾਂ। ਦਲਿਤ ਵੋਟ ਬੈਂਕ ਅਤੇ ਰਾਖਵੀਆਂ ਸੀਟਾਂ ਦੀ ਸਿਆਸਤ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਲਈ ਕੀ ਸੁਨੇਹਾ ਦੇ ਰਹੀ ਹੈ, ਇਸ ਨੂੰ ਅੰਕੜਿਆਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅੰਕੜੇ ਦੋ ਚੋਣਾਂ ਦੇ ਨੇ, ਇੱਕ 2017 ਵਿੱਚ ਹੋਈ ਪੰਜਾਬ ਵਿਧਾਨ ਸਭਾ ਚੋਣ ਅਤੇ ਦੂਜੀ 2019 ਵਿੱਚ ਹੋਈ ਪਾਰਲੀਮਾਨੀ ਚੋਣਾਂ। ਸੂਬੇ ਦੀਆਂ ਕੁੱਲ 34 ਰਾਖਵੀਆਂ ਸੀਟਾਂ ਚੋਂ ਮਾਝੇ ਵਿੱਚ 7, ਮਾਲਵਾ ਵਿੱਚ 19 ਅਤੇ ਦੁਆਬੇ ਵਿੱਚ 8 ਸੀਟਾਂ ਨੇ। 2017 ਦੇ ਮੁਕਾਬਲੇ 2019 ਦੀਆਂ ਚੋਣਾਂ ਦੌਰਾਨ ਕਾਂਗਰਸ ਲਈ ਇਹਨਾਂ 34 ਸੀਟਾਂ ਚੋਂ 15 ਸੀਟਾਂ ਤੇ ਘਾਟੇ ਵਾਲੀ ਤਸਵੀਰ ਸਾਹਮਣੇ ਆਈ ਸੀ। ਮਾਝੇ ਦੀ ਗੱਲ ਕਰੀਏ ਤਾਂ ਇੱਥੇ ਦੀਆਂ 7 ਸੀਟਾਂ ਚੋਂ ਬੇਸ਼ੱਕ ਕਾਂਗਰਸ ਦਾ ਵੋਟ ਬੈਂਕ 5 ਸੀਟਾਂ ਤੇ ਵਧਿਆ ਹੋਇਆ ਨਜ਼ਰ ਆਇਆ, ਪਰ ਇਸ ਦੇ ਵਧਣ ਦੀ ਹੱਦ 4% ਤੋਂ 14% ਦੇ ਵਿਚਾਲੇ ਸੀ। ਇਹਨਾਂ ਸੀਟਾਂ ਵਿੱਚ ਜੰਡਿਆਲਾ, ਅੰਮ੍ਰਿਤਸਰ ਪੱਛਮੀ, ਸ੍ਰੀ ਹਰਗੋਬਿੰਦਪੁਰ ਸਾਹਿਬ, ਅਟਾਰੀ, ਬਾਬਾ ਬਕਾਲਾ ਸ਼ਾਮਿਲ ਸਨ। ਸਭ ਤੋਂ ਵੱਧ ਵਾਧਾ ਬਾਬਾ ਬਕਾਲਾ ਸੀਟ ਤੇ 13.70% ਦਾ ਸੀ, ਜਦਕਿ ਜਿਨ੍ਹਾਂ 2 ਸੀਟਾਂ ਤੇ ਕਾਂਗਰਸ ਦਾ ਵੋਟ ਬੈਂਕ ਘਟਿਆ ਉੱਥੇ ਦੋਵਾਂ ਸੀਟਾਂ ਤੇ ਘਟਣ ਦੀ ਦਰ 15% ਤੋਂ ਵੱਧ ਸੀ। ਇਹ ਦੋਵੇਂ ਸੀਟਾਂ ਸਨ ਭੋਆ ਤੇ ਦੀਨਾਨਗਰ, ਜਿੱਥੇ 15.47% ਅਤੇ 15.79% ਵੋਟ ਬੈਂਕ ਘਟ ਗਿਆ। ਗੱਲ ਜੇਕਰ ਦੁਆਬੇ ਦੀ ਕਰੀਏ ਤਾਂ 8 ਸੀਟਾਂ ਚੋਂ 6 ਸੀਟਾਂ ਤੇ ਦਲਿਤ ਵੋਟ ਬੈਂਕ ਕਾਂਗਰਸ ਤੋਂ ਹਟ ਕੇ ਦੂਜੀਆਂ ਧਿਰਾਂ ਵੱਲ ਚਲ ਗਿਆ। ਇਹੀ ਕਾਂਗਰਸ ਲਈ ਸਭ ਤੋਂ ਵੱਡੀ ਫਿਕਰ ਦੀ ਵਜ੍ਹਾ ਬਣਿਆ। ਇਹਨਾਂ ਸੀਟਾਂ ਵਿੱਚ ਫਗਵਾੜਾ, ਸ਼ਾਮ 84, ਕਰਤਾਰਪੁਰ, ਆਦਮਪੁਰ, ਜਲੰਧਰ ਪੱਛਮੀ, ਚੱਬੇਵਾਲ ਸ਼ਾਮਿਲ ਸਨ। ਹਾਲਾਂਕਿ ਵੋਟ ਬੈਂਕ ਦੇ ਘਟਣ ਦੀ ਦਰ ਇੱਥੇ 0.32% ਤੋਂ ਲੈ ਕੇ 11.78% ਦੇ ਵਿਚਾਲੇ ਸੀ। ਸਭ ਤੋਂ ਵੱਧ ਫਰਕ ਚੱਬੇਵਾਲ ਵਿੱਚ ਪਿਆ ਸੀ। ਉਧਰ ਦੁਆਬੇ ਦੀਆਂ ਸੀਟਾਂ ਤੇ ਕਾਂਗਰਸ ਦੇ ਵੋਟ ਬੈਂਕ ਦੇ ਵਧਣ ਦੀ ਗੱਲ ਕਰੀਏ ਤਾਂ ਸਿਰਫ 2 ਸੀਟਾਂ ਤੇ ਵੋਟ ਬੈਂਕ ਵਧਿਆ, ਜਿਨ੍ਹਾਂ 'ਚ ਫਿਲੌਰ ਅਤੇ ਬੰਗਾ ਦੀ ਸੀਟ ਸ਼ਾਮਿਲ ਸੀ। ਹਾਲਾਂਕਿ ਬੰਗਾ ਸੀਟ ਤੇ 21.67% ਵੋਟ ਬੈਂਕ ਦੇ ਵਾਧੇ ਨੇ ਕਾਂਗਰਸ ਨੂੰ ਚੰਗਾ ਹੁੰਗਾਰਾ ਦਿੱਤਾ ਹੈ। ਇਸ ਤੋਂ ਇਲਾਵਾ ਮਾਲਵੇ ਦੀਆਂ 19 ਰਾਖਵੀਆਂ ਸੀਟਾਂ ਦੇ ਵੀ 7 ਸੀਟਾਂ ਅਜਿਹੀਆਂ ਸਨ ਜਿੱਥੇ ਕਾਂਗਰਸ ਨੂੰ 2017 ਦੇ ਮੁਕਾਬਲੇ 2019 ਵਿੱਚ ਵੋਟਾਂ ਦਾ ਨੁਕਸਾਨ ਝੱਲਣਾ ਪਿਆ। ਨੁਕਸਾਨ ਦੀ ਦਰ 0.07% ਤੋਂ ਲੈ ਕੇ 16% ਤੋਂ ਵੀ ਵੱਧ ਸੀ, ਜਦਕਿ 12 ਸੀਟਾਂ ਤੇ ਇਹ ਵੋਟ ਬੈਂਕ ਵਧਿਆ ਹੋਇਆ ਨਜ਼ਰ ਆਇਆ। ਇਹਨਾਂ 12 ਸੀਟਾਂ ਵਿੱਚ ਮਲੋਟ, ਸ਼ੁਤਰਾਣਾ, ਪੁੱਚੋਮੰਡੀ, ਬੁਢਲਾਡਾ, ਚਮਕੌਰ ਸਾਹਿਬ, ਭਦੌੜ, ਮਹਿਲ ਕਲਾਂ, ਜਗਰਾਉਂ, ਨਿਹਾਲ ਸਿੰਘ ਵਾਲਾ, ਜੈਤੋਂ, ਬਠਿੰਡਾ ਦਿਹਾਤੀ ਤੇ ਰਾਏਕੋਟ ਸ਼ਾਮਿਲ ਸਨ। 20.96% ਵੋਟ ਬੈਂਕ ਸਭ ਤੋਂ ਵੱਧ ਰਾਏਕੋਟ ਦੇ ਵਿੱਚ ਤੇ 19.62% ਵੋਟ ਬੈਂਕ ਸਭ ਤੋਂ ਵੱਧ ਬਠਿੰਡਾ ਦਿਹਾਤੀ ਵਿੱਚ ਵਧਿਆ ਸੀ। ਜਿਨ੍ਹਾਂ 7 ਸੀਟਾਂ ਤੇ ਕਾਂਗਰਸ ਲਈ ਮਾਲਵੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਘਾਟਾ ਸਾਬਿਤ ਹੋਇਆ, ਉਹਨਾਂ 7 ਸੀਟਾਂ ਵਿੱਚ ਬੱਸੀ ਪਠਾਣਾ, ਗਿੱਲ, ਪਾਇਲ, ਨਾਭਾ, ਫਿਰੋਜ਼ਪੁਰ ਦਿਹਾਤੀ, ਦਿੜਬਾ ਤੇ ਬੱਲੂਆਣਾ ਦੀ ਸੀਟ ਸ਼ਾਮਿਲ ਸੀ। ਸਭ ਤੋਂ ਵੱਡਾ ਝਟਕਾ ਬੱਲੂਆਣਾ ਵਿੱਚ ਲੱਗਿਆ, ਜਿੱਥੇ ਕਾਂਗਰਸ ਦਾ 16.10% ਵੋਟ ਬੈਂਕ ਘਟ ਗਿਆ। ਸੋ 2017 ਤੇ 2019 ਦੇ ਨਤੀਜਿਆਂ ਵਿਚਾਲੇ ਵੋਟ ਸ਼ੇਅਰ ਦੀ ਸ਼ਿਫਟਿੰਗ ਇੱਕ ਅਜਿਹਾ ਮੁੱਦਾ ਹੈ ਜਿਸ ਨੇ ਕਾਂਗਰਸ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਕੀਤਾ ਕਿ ਦਲਿਤ ਕਾਰਡ ਖੇਡ ਕੇ ਇਸ ਘਟ ਰਹੇ ਵੋਟ ਬੈਂਕ ਨੂੰ ਮੋੜਿਆ ਜਾਵੇ। ਪਰ ਇਹ ਕਾਮਯਾਬੀ ਮਿਲਦੀ ਕਿੰਨੀ ਕੁ ਹੈ, ਵੇਖਣਾ ਦਿਲਚਸਪ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।
ਤਾਂ ਦਲਿਤ ਅੰਕੜਾ ਇਸ ਸਮੇਂ ਜ਼ਰੂਰ ਹਰ ਕਿਸੇ ਇੱਕ ਸਿਆਸੀ ਪਾਰਟੀ ਦੇ ਜ਼ਿਹਨ ਦੇ ਵਿੱਚ ਲਾਜ਼ਮੀ ਤੌਰ ਤੇ ਹੋਏਗਾ, ਪਰ ਸਵਾਲ ਕੀ ਹੈ ਕਿ ਇਸ ਵਾਰ ਯਾਨੀ ਕਿ 2022 ਦੇ ਵਿੱਚ ਇਹ 34 ਸੀਟਾਂ ਦਾ ਨਤੀਜਾ ਕਿਸ ਦੇ ਪੱਖ ਦੇ ਵਿੱਚ ਜਾਂਦਾ ਹੈ ਜਾਂ ਜ਼ਿਆਦਾ ਸੀਟਾਂ ਕਿਹੜੀ ਪਾਰਟੀ ਦੇ ਪੱਖ ਦੇ ਵਿੱਚ ਜਾਂਦੀਆਂ ਨੇ। ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਉਹਨਾਂ ਨੇ ਪੰਜਾਬ ਦੇ ਵਿੱਚ 2 ਵਿਧਾਨ ਸਭਾ ਖੇਤਰਾਂ ਦੇ ਲਈ ਵਰਚੁਅਲ ਰੈਲੀਆਂ ਨੂੰ ਸੰਬੋਧਨ ਕੀਤਾ, 2 ਜ਼ਿਲ੍ਹਿਆਂ ਦੇ ਲਈ। ਰੈਲੀ ਦੌਰਾਨ ਉਹਨਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀ ਲਿਆ। ਹਾਲਾਂਕਿ ਪ੍ਰਧਾਨ ਮੰਤਰੀ ਦੇ ਕਾਂਗਰਸ ਅਤੇ ਉੱਤੇ ਹਮਲਾਵਰ ਹੋਣ ਦੀ ਸ਼ੁਰੂਆਤ ਰਾਜ ਸਭਾ ਦੇ ਵਿੱਚ ਉਹਨਾਂ ਦੀ ਤਕਰੀਰ ਦੇ ਨਾਲ ਹੀ ਹੋ ਚੁੱਕੀ ਸੀ। कांग्रेस न होती तो सीटों का नरसंहार न होता। ਰਾਜ ਸਭਾ ਵਿੱਚ ਆਪਣੀ ਤਕਰੀਰ ਵਿੱਚ ਜੇਕਰ ਕਾਂਗਰਸ ਨਾ ਹੁੰਦੀ ਵਿਸ਼ੇ ਨੂੰ ਮੁੱਖ ਰੱਖ ਕੇ ਪ੍ਰਧਾਨ ਮੰਤਰੀ ਜਦੋਂ ਜਵਾਬ ਦੇ ਰਹੇ ਸਨ ਤਾਂ ਉਹਨਾਂ ਦੇ ਇਸ ਬਿਆਨ ਨੇ ਪੰਜਾਬ ਦੀ ਚੋਣ ਸਿਆਸਤ ਵਿੱਚ ਮੰਗਲਵਾਰ ਨੂੰ ਹੋਣ ਵਾਲੀ ਵਰਚੁਅਲ ਰੈਲੀ ਦੇ ਮੂਡ ਦਾ ਆਧਾਰ ਬਣਾ ਦਿੱਤਾ ਸੀ। ਵਰਚੁਅਲ ਰੈਲੀ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਲਈ ਪ੍ਰਬੰਧਿਤ ਕੀਤੀ ਗਈ ਸੀ। ਨਾ ਸੀ ਫਤਿਹ ਰੈਲੀ ਅਤੇ ਪ੍ਰਧਾਨ ਮੰਤਰੀ ਨੇ ਰੈਲੀ ਦੀ ਸ਼ੁਰੂਆਤ ਫਤਿਹ ਦੀ ਸਾਂਝ ਪਾਉਣ ਦੇ ਨਾਲ ਕੀਤੀ। हमेशा खड़ी रहती है। आओ सब तो पहला गुरु दी बख्शी फतेह दी सांझ पाइए। वाहेगुरु जी का खालसा वाहेगुरु जी की फतेह। ਫਤਿਹ ਦੀ ਸਾਂਝ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਹਮਲਾਵਰ ਅੰਦਾਜ਼ ਸ਼ੁਰੂ ਹੋਇਆ ਤਾਂ ਨਿਸ਼ਾਨੇ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਸਨ। ਨਾਲ ਹੀ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਦਾ ਫਾਰਮੂਲਾ ਵੀ ਪ੍ਰਧਾਨ ਮੰਤਰੀ ਨੇ ਦੁਹਰਾਇਆ। कर्ज से ही हर स्तर पर आधुनिकता की जरूरत है। ये काम कांग्रेस के बस का नहीं है। ये काम उनके बस में भी नहीं जो दिल्ली तक को नहीं संभाल पा रहे। अगर कोई मजबूत विकल्प है पंजाब के हितों के लिए अपने आप को खपाने वाला कोई विकल्प है तो विकल्प है भाजपा और एनडीए। काम करना। ਪ੍ਰਧਾਨ ਮੰਤਰੀ ਨੇ ਵਰਚੁਅਲ ਰੈਲੀ ਰਾਹੀਂ ਕਈ ਸਾਰੇ ਦਾਅਵੇ ਅਤੇ ਵਾਅਦੇ ਕੀਤੇ। ਕਰਤਾਰਪੁਰ ਲਾਂਘੇ ਦਾ ਜ਼ਿਕਰ ਵੀ ਹੋਇਆ ਤਾਂ ਪੰਥਕ ਮਸਲਿਆਂ ਨੂੰ ਛੇੜਦਿਆਂ ਦਾਅਵਾ ਕੀਤਾ ਕਿ ਗੁਰਬਾਣੀ ਦੇ ਆਧਾਰ ਤੇ ਅਗੇਤੀ ਕਾਰਵਾਈ ਸਰਕਾਰ ਬਣਨ ਤੇ ਕੀਤੀ ਜਾਵੇਗੀ। ਪੰਜਾਬ ਵਿੱਚ ਆਪਣੀ ਹਮਲਾਵਰ ਆਮਦ ਪ੍ਰਧਾਨ ਮੰਤਰੀ ਨੇ ਦਰਜ ਕਰਾ ਦਿੱਤੀ ਹੈ। ਸਿਆਸੀ ਵਿਰੋਧੀਆਂ ਤੇ ਉਹ ਕਿੰਨਾ ਅਸਰ ਪਾਉਂਦੇ ਨੇ ਇਹ ਵੇਖਣਾ ਬਾਕੀ ਹੈ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਤਾਂ ਵਰਚੁਅਲ ਫਤਿਹ ਰੈਲੀ ਦੇ ਜ਼ਰੀਏ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਨਜ਼ਰ ਆਏ ਨੇ ਤਾਂ ਦੂਜੇ ਪਾਸੇ ਬੀਜੇਪੀ ਦੇ ਵੱਲੋਂ ਪਿੰਡੂ ਖੇਤਰਾਂ ਦੇ ਲਈ ਵੀ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਕਿਸਾਨਾਂ ਸਣੇ ਸਿਹਤ ਅਤੇ ਸਿੱਖਿਆ ਸੰਬੰਧੀ ਕਈ ਐਲਾਨ ਵੀ ਕੀਤੇ ਗਏ ਨੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਪਿੰਡੂ ਖੇਤਰਾਂ ਲਈ ਸੰਕਲਪ ਪੱਤਰ ਜਾਰੀ ਕੀਤਾ ਹੈ। ਸੰਕਲਪ ਪੱਤਰ ਕਿਸਾਨਾਂ ਤੇ ਕੇਂਦਰਿਤ ਹੈ, ਜਿਸ 'ਚ ਕਿਸਾਨਾਂ ਨੂੰ ਦਿੱਤੀ ਜਾਂਦੀ MSP ਦਾ ਵਿਸਥਾਰ ਕਰਕੇ ਦਾਲਾਂ, ਸਬਜ਼ੀਆਂ ਅਤੇ ਫਲਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰਨਾ ਮੁੱਖ ਰੱਖਿਆ ਗਿਆ। ਇਸ ਦੇ ਨਾਲ ਹੀ ਫਸਲੀ ਵੰਨ ਸੁਵੰਨਤਾ ਨੂੰ ਉਤਸ਼ਾਹਿਤ ਕਰਨ ਲਈ 5000 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਾ ਮੁੱਦਾ ਵੀ ਸੰਕਲਪ ਪੱਤਰ 'ਚ ਰੱਖਿਆ ਗਿਆ है। केवल गेहूं, चावल, दलहन, तिलहन इनका एश्योर्ड प्राइस मिले, उसके साथ साथ में जो वेजिटेबल्स एंड फ्रूट्स का भी उसको सरकार की विभिन्न योजनाएं जो MIS स्कीम अभी भारत सरकार की काम करती है उसके तहत उसको भी लाभकारी मूल्य मिले, इसको सुनिश्चित किया जाएगा। और साथ ही साथ में एग्रीकल्चर को सस्टेनेबल बनाने के लिए 5000 करोड़ रुपए का एक कॉर्पस फंड उसके लिए बनाएंगे। ਸੰਕਲਪ ਪੱਤਰ 'ਚ ਕੁੱਲ 11 ਸੰਕਲਪ ਦਿੱਤੇ ਗਏ ਨੇ, ਜਿਨ੍ਹਾਂ 'ਚ ਖੁਸ਼ਹਾਲ ਕਿਸਾਨ, ਟਿਕਾਊ ਹਰਿਤ ਕ੍ਰਾਂਤੀ, ਹਰ ਖੇਤ ਲਈ ਪਾਣੀ ਦਾ ਪ੍ਰਬੰਧ, ਖੇਤੀਬਾੜੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨਾ, ਖੇਤੀ ਆਧਾਰਿਤ ਉਦਯੋਗਿਕ ਧੰਦਿਆਂ ਨੂੰ ਹੁੰਗਾਰਾ ਦੇਣਾ, ਪਿੰਡੂ ਉਦਮਤਾ ਨੂੰ ਹੁੰਗਾਰਾ ਦੇਣਾ, ਨਰੋਏ ਪਿੰਡਾਂ ਦਾ ਵਿਕਾਸ ਕਰਨਾ, ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ, ਵਿਕਸਿਤ ਪਿੰਡ ਬਣਾਉਣੇ, ਮਿਆਰੀ ਸਿੱਖਿਆ ਅਤੇ ਖੇਡਾਂ ਦਾ ਵਿਕਾਸ ਕਰਨਾ ਸ਼ਾਮਿਲ ਹੈ। ਇਸ ਤੋਂ ਪਹਿਲਾਂ SSM ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਜਿਸ ਵਿੱਚ 25 ਨੁਕਤੇ ਸ਼ਾਮਿਲ ਕੀਤੇ ਗਏ ਸਨ ਅਤੇ ਇਹ ਮੈਨੀਫੈਸਟੋ ਵੀ ਭਾਜਪਾ ਦੇ ਮੈਨੀਫੈਸਟੋ ਵਾਂਗੂ ਹੀ ਕਿਸਾਨਾਂ ਤੇ ਕੇਂਦਰਿਤ ਜਾਪ ਰਿਹਾ ਹੈ। ਖੇਤੀ ਅੰਦੋਲਨ ਤੋਂ ਲੈ ਕੇ ਚੋਣਾਂ ਤੱਕ ਕਿਸਾਨਾਂ ਤੇ BJP 'ਚ ਸਿੱਧੀ ਟੱਕਰੇ। ਹੁਣ 11 ਨੁਕਾਤੀ ਜਾਂ ਫਿਰ 25 ਨੁਕਾਤੀ, ਦੋਵਾਂ 'ਚੋਂ ਬਾਜ਼ੀ ਆਖਿਰ ਕੌਣ ਮਾਰਦਾ ਹੈ, ਇਹ ਦੇਖਣਾ ਵੀ ਦਿਲਚਸਪ ਹੋਵੇਗਾ।
ਚੰਡੀਗੜ੍ਹ ਤੋਂ ਮਨੋਜ ਕੁਮਾਰ, ਨਿਊਜ਼ 18 ਪੰਜਾਬ। ਤਾਂ ਸਿਆਸੀ ਪਾਰਟੀਆਂ ਖੂਬ ਵਾਅਦੇ ਕਰ ਰਹੀਆਂ ਨੇ। ਸੰਕਲਪ ਪੱਤਰ ਦੇ ਜ਼ਰੀਏ ਬੀਜੇਪੀ ਵੀ ਖਾਸ ਤੌਰ ਤੇ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਗੇ ਵਧਦੇ ਹਾਂ ਤੇ ਗੱਲ ਆਮ ਆਦਮੀ ਪਾਰਟੀ ਦੀ ਵੀ ਕਰਾਂਗੇ। ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੁਣ ਬਿਲਕੁਲ ਐਕਸ਼ਨ ਮੋਡ ਦੇ ਵਿੱਚ ਨੇ, ਚੋਣਾਂ ਦੇ ਮੂਡ ਦੇ ਵਿੱਚ ਨੇ ਔਰ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਖੂਬ ਚੋਣ ਪ੍ਰਚਾਰ ਕਰ ਰਹੇ ਨੇ। ਭਗਵੰਤ ਮਾਨ ਨੇ ਵੀ ਇਲੈਕਸ਼ਨ ਦੀ ਚੋਣ ਮੁਹਿੰਮ ਇਸ ਸਮੇਂ ਕੈਂਪੇਨ ਦੀ ਮੁਹਿੰਮ ਪੂਰੀ ਭੁਖਾ ਦਿੱਤੀ ਹੈ। ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਅੱਜ ਪ੍ਰਚਾਰ ਕੀਤਾ। ਫਰੀਦਕੋਟ ਸੀਟ ਦੇ ਲਈ ਉਧਰ ਗੁਰੂਹਰ ਸਹਾਈ ਵੀ ਪਹੁੰਚੇ, ਉੱਥੇ ਜਾ ਕੇ ਵੀ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਵੱਡਾ ਦਾਅਵਾ ਵੀ ਕੀਤਾ ਕਿ 90 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਿੱਤੇਗੀ, ਸਰਕਾਰ ਅਸੀਂ ਬਣਾਵਾਂਗੇ, ਲੋਕ ਬਦਲਾਅ ਦੇ ਲਈ ਤਿਆਰ ਬੈਠੇ ਨੇ। ਇਹ ਵੀ ਮਾਨ ਕਹਿੰਦੇ ਹੋਏ ਨਜ਼ਰ ਆਏ। Sir, what about your how much seat you will get? Your hope? Sir, Ram Rahim nu furlough nahi hone People will decide. Maybe 80, maybe 90, or maybe 60. Okay. So people will decide. Thank you. ਅੱਗੇ ਵਧਦੇ ਹਾਂ ਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਡੀ ਖਾਸ ਮੁਹਿੰਮ ਦਾ ਹੁਣ ਜ਼ਿਕਰ ਹੋਏਗਾ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਨੇ ESS ਗਲੋਬਲ ਵੋਟਰ ਬੋਲਦਾ ਹੈ ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ। ਇਸ ਮੁਹਿੰਮ ਤਹਿਤ ਨਿਊਜ਼ 18 ਦੀ ਟੀਮ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹੁੰਚ ਰਹੀ ਹੈ। ਇਸ ਦੌਰਾਨ ਆਮ ਲੋਕਾਂ ਦੇ ਮੁੱਦੇ ਅਸੀਂ ਚੁੱਕ ਰਹੇ ਹਾਂ। ਇਸ ਮੁਹਿੰਮ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ। ਇਸ ਲਈ ਤੁਹਾਨੂੰ ਇੱਕ ਨੰਬਰ ਦੇ ਉੱਤੇ ਮਿਸ ਕਾਲ ਕਰਨੀ ਹੋਏਗੀ। ਨੰਬਰ 8882 471 471 ਹੈ। ਫਲਾਈਓਵਰ ਦੇਖ ਰਹੇ ਹੋ ਤੁਸੀਂ ਸਾਹਮਣੇ, ਇਹਦੇ ਬਰਸਾਤਾਂ ਦਾ ਆਂਦਾ ਤਾਂ ਪਾਣੀ ਸਾਰਾ ਘਰਾਂ ਦੇ ਵਿੱਚ ਜਾਂਦਾ। ਕਈ ਵਾਰ ਪ੍ਰਸ਼ਾਸਨ ਨੂੰ ਅੱਗੇ ਬੇਨਤੀ ਕਰ ਚੁੱਕੇ ਆ, ਪਰ ਹਜੇ ਤੱਕ ਕੋਈ ਹੱਲ ਨਹੀਂ ਹੋਇਆ। ਦੂਸਰਾ ਮੁੱਦਾ ਇੱਕ ਹੋਰ ਹੈ ਕਿ ਸਰਨੇ ਤੋਂ ਲੈ ਕੇ ਦਾਰ ਸਲਾਮ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਲਾਸਟ ਦੇ ਵਿੱਚ। 5 ਸਾਲ ਪਹਿਲਾਂ ਵੀ ਅਸੀਂ ਇਹੀ ਗੱਲ ਕਰਦੇ ਰਹੇ ਹਾਂ ਔਰ ਮੁੱਦਿਆਂ ਨੂੰ ਕਿ ਸੜਕ ਬਣਾ ਦਿਓ। ਬੱਚਿਆਂ ਨੂੰ ਜਾਣ 'ਚ ਬੜੀ ਦਿੱਕਤ ਹੁੰਦੀ ਹੈ। ਬਰਸਾਤਾਂ ਦੇ ਵਿੱਚ ਉੱਥੇ ਗੋਡੇ ਗੋਡੇ ਗਾਰਾ ਹੋ ਜਾਂਦਾ। ਬੱਚੇ ਪੜ੍ਹਨਗੇ ਕਿੱਦਾਂ ਤੇ ਉਹ ਕਰਨਗੇ ਕਿੱਦਾਂ, ਕਿਸ ਚੀਜ਼ ਨੂੰ ਲੈ ਕੇ ਚੱਲਣਗੇ। 2017 ਦੇ ਵਿੱਚ ਕਾਂਗਰਸ ਪਾਰਟੀ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਸੀ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਐਲਾਨ ਕੀਤੇ ਸੀ ਕਿ ਤੁਸੀਂ ਸਾਨੂੰ ਵੋਟਾਂ ਪਾਓ, ਅਸੀਂ ਘਰ ਘਰ ਨੌਕਰੀ ਦੇਵਾਂਗੇ। ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਦੀ ਸਹੁੰ ਵੀ ਖਾਧੀ ਸੀ ਕਿ ਤੁਸੀਂ ਮੈਨੂੰ ਵੋਟ ਪਾਓ, 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ। ਸਾਡੇ ਇੱਥੇ ਮਕੀਨਪੁਰ ਲਾਗੇ ਆ ਕਰੈਸਰ ਪੈਂਦੇ 2, ਉੱਥੇ ਸਾਡੇ ਪਠਾਨਕੋਟ ਦਾ ਸਾਰਾ ਕੂੜਾ ਉੱਥੇ ਸੁੱਟਦੇ ਆ ਤੇ ਉੱਥੇ ਕਰੈਸਰ ਵਾਲੇ ਕੀ ਕਰਦੇ ਆ, ਕੂੜਾ ਚੁੱਕ ਕੇ ਸਾਈਡ ਤੇ ਥੱਲੋਂ ਪੁੱਟਦੇ ਦੜਾ ਜਿਹਦੀ ਰੇਤਾ ਬਜਰੀ ਨਿਕਲਦੀ ਆ, ਉਹ ਚੁੱਕ ਕੇ ਥੱਲੋਂ ਨਿਕਲਦਾ ਪਾਣੀ ਤੇ ਬਾਅਦ ਚੋਂ ਕੀ ਕਰਦੇ ਕਰੈਸਰ ਵਾਲੇ ਕੂੜਾ ਵਿੱਚ ਸੁੱਟ ਦਿੰਦੇ ਪਾਣੀ ਦੇ। ਤੇ ਜਿੰਨਾ ਵੀ ਕੂੜਾ ਉਹਦੇ ਕਈ ਤਰ੍ਹਾਂ ਦਾ ਐਸਿਡ ਆ ਤੇ ਉਹ ਪਾਣੀ ਦੇ ਮਿਕਸ ਹੋ ਜਾਂਦਾ। ਉਹਦੇ ਨਾਲ ਸਾਡੇ ਜਿਹੜੇ ਲੋਕਲ ਪਿੰਡਾਂ ਵਿੱਚ ਨਾ ਪਾਣੀ ਹੋ ਗਿਆ ਖਰਾਬ। ਜਦੋਂ 5 ਸਾਲ ਪਹਿਲੇ ਸਾਡੇ MLA ਦੀ ਗੱਲ ਕਰ ਲਓ, ਜੋਗਿੰਦਰਪਾਲ ਜੀ, ਜਦੋਂ ਇਹਨਾਂ ਨੂੰ ਵਿਧਾਇਕ ਬਣਾਉਣ ਦੀ ਜਦੋਂ ਪਰਮਿਸ਼ਨ ਮਿਲੀ ਸੀ ਤੇ ਇਹਨਾਂ ਨੇ ਇੱਕੋ ਐਲਾਨ ਕੀਤਾ ਸੀ ਕਿ ਮੈਂ ਆਪਣੇ ਹਲਕੇ ਭੋਏ ਦੇ ਵਿੱਚ ਇੱਕ ਸ਼ੂਗਰ ਮਿਲ ਲਗਾਵਾਂਗਾ ਔਰ ਬਹੁਤ ਹੀ ਸਾਡੇ ਬੇਰੋਜ਼ਗਾਰ ਭਰਾਵਾਂ ਨੂੰ ਰੁਜ਼ਗਾਰ ਮਿਲੇਗਾ। ਲੇਕਿਨ ਉਹ ਅਸੀਂ ਇਹ ਪੁੱਛਣਾ ਚਾਹੁੰਦੇ ਕਿ ਪਹਿਲੇ ਉਹ ਰੁਜ਼ਗਾਰ ਦਾ ਉਹ ਸਾਡਾ ਜਿਹੜਾ ਮੁੱਦਾ ਸੀ ਉਹ ਕਿੱਥੇ ਗਿਆ, ਉਹ ਸਾਡੀ ਸ਼ੂਗਰ ਮਿਲ ਕਿੱਥੇ ਗਈ। ਮੈਂ ਆਪਣੇ ਭੋਏ ਹਲਕੇ ਦੀ ਗੱਲ ਕਰਦਾ। ਸਾਡੇ MLA ਸਾਹਿਬ ਬੋਲਦੇ ਨੇ ਮੇਰਾ ਹਲਕਾ ਮੇਰਾ ਪਰਿਵਾਰ, ਤੇ ਮੈਂ ਜੋ ਆਪਣੇ ਹਲਕੇ ਦੇ ਅੰਦਰ ਜਾਂ TV ਦੇ ਅੰਦਰ ਜਾਂ ਕੁਝ ਦੇਖਦਾ ਤੇ ਜਿੰਨੇ ਲੋਕਾਂ ਦੇ ਘਰਾਂ ਦੇ ਕੱਚੇ ਮਕਾਨ ਨੇ, ਬਾਲੇ ਟੁੱਟੇ ਹੋਏ ਨੇ, ਤਰਪਾਲਾਂ ਪਾ ਕੇ ਲੋਕ ਰਹਿ ਰਹੇ ਨੇ, ਠੀਕ ਹੈ ਜੀ, ਉਹ ਬੋਲਦੇ ਨੇ ਮੇਰਾ ਹਲਕਾ ਮੇਰਾ ਪਰਿਵਾਰ। ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਪਰਿਵਾਰ ਹੈਗਾ। ਜੇ ਕੋਈ ਆਪਣਾ ਪਰਿਵਾਰ ਹੋਵੇ ਨਾ ਤੇ ਆਪਣੇ ਪਰਿਵਾਰ ਵਾਸਤੇ ਕੁਝ ਕੀਤਾ ਜਾਂਦਾ। ਪਹਿਲੇ ਵੀ ਕੈਪਟਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਨਾ ਲੋਕਾਂ ਨਾਲ, ਨਸ਼ਾ ਮੁਕਤ ਜਾਂ ਬੇਰੁਜ਼ਗਾਰੀ, ਉਹ ਕੋਈ ਮਸਲਾ ਨਹੀਂ ਹੱਲ ਹੋਇਆ ਜੀ। ਨਾ ਬੇਰੁਜ਼ਗਾਰੀ ਵੀ, ਸਾਰਿਆਂ ਨਾਲੋਂ ਵੱਧ ਬੇਰੁਜ਼ਗਾਰੀ ਪੰਜਾਬ 'ਚ, ਇਹ ਜ਼ਿਲ੍ਹਾ ਪਠਾਨਕੋਟ ਇਦਾਂ ਦਾ ਹੈ ਪੂਰੇ ਪੰਜਾਬ 'ਚ ਜਿੱਥੇ ਸਾਰਿਆਂ ਨਾਲੋਂ ਵੱਧ ਬੇਰੁਜ਼ਗਾਰੀ ਹੈ। ਕੋਈ ਇੰਡਸਟਰੀ ਨਹੀਂ ਹੈ। ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਨੌਕਰੀਆਂ ਦੇ, ਉਹ ਵੀ ਨਹੀਂ ਮਿਲੀਆਂ ਲੋਕਾਂ ਨੂੰ। ਤੇ ਅਸੀਂ ਰੋਜ਼ਾਨਾ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਨਾਲ ਦਰਸ਼ਕ ਜੁੜਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਸੀਂ ਵਿਜੇਤਾ ਵੀ ਕੱਢ ਸਕੀਏ। ਤਾਂ ਮਿਲਦੇ ਹਾਂ ਅੱਜ ਦੇ ਵਿਜੇਤਾ। ਸਤਿ ਸ੍ਰੀ ਅਕਾਲ ਜੀ, ਮੈਂ ਗੁਰਜੰਟ ਸਿੰਘ ਸਨ ਬਲਦੇਵ ਸਿੰਘ, ਪਿੰਡ ਪੰਜਗਰਾਈ ਖੁਰਦ। ਸਾਡੇ ਪਿੰਡ ਦੇ ਵਿੱਚ ਬਹੁਤ ਮੁਸ਼ਕਲਾਂ ਹਨ, ਬਹੁਤ ਕੰਮ ਕਰਨ ਵਾਲੇ ਨੇ। ਸਭ ਤੋਂ ਪਹਿਲੇ ਨੰਬਰ ਤੇ ਸਾਡੇ ਸਰਕਾਰੀ ਹਾਈ ਸਕੂਲ ਦੀ ਇਮਾਰਤਾਂ, ਇਮਾਰਤ ਨੂੰ ਅਨਸੇਫ ਹੋਇਆ ਬਹੁਤ ਟਾਈਮ ਹੋ ਗਿਆ, ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਬਿਲਡਿੰਗ ਡਿੱਗਣ ਵਾਲੀ ਆ, ਉਹ ਕਿਸੇ ਟਾਈਮ ਵੀ ਡਿੱਗ ਸਕਦੀ ਆ। ਬੱਚਿਆਂ ਨੂੰ ਉੱਥੇ ਬਹੁਤ ਖਤਰਾ ਹੈ। ਨੰਬਰ 2 ਤੇ ਸਾਡੇ ਪਿੰਡ ਦੇ ਜੋ ਛੱਪੜ ਆ ਉਹਨਾਂ ਦੀ ਸਫਾਈ ਦਾ ਬਹੁਤ ਬੁਰਾ ਹਾਲ ਆ। ਪਿੰਡ ਦੀ ਸਫਾਈ ਦਾ ਬਹੁਤ ਬੁਰਾ ਹਾਲ ਹੈ। ਤੇ ਜੇਕਰ ਤੁਸੀਂ ਵੀ ਨਿਊਜ਼ 18 ਪੰਜਾਬ ਦੀ ਸਕਰੀਨ ਦੇ ਉੱਤੇ ਆਉਣਾ ਚਾਹੁੰਦੇ ਹੋ, ਵਿਜੇਤਾ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਮਿਸ ਕਾਲ ਕਰਨੀ ਹੋਏਗੀ ਇੱਕ ਨੰਬਰ ਦੇ ਉੱਤੇ। ਨੰਬਰ ਨੋਟ ਕਰੋ 88 82 471 471। ਇਸ ਦੇ ਨਾਲ ਤੁਸੀਂ ਸਮਾਰਟਫੋਨ ਵੀ ਜਿੱਤ ਸਕਦੇ ਹੋ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।